ਜਿਵ ਤੂ ਚਲਾਏ ਤਿਵੈ ਚੱਲਹਿ, ਜਿਨਾ ਮਾਰਗ ਪਾਵਹਿ। ਜਿਉ ਤੂ ਚਲਾਏ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂ ਚਲਾਏ ਤਿਵੈ ਚੱਲਹਿ ਸੁਆਮੀ, ਜਿਵ ਤੂ ਚਲਾਏ ਤਿਵਹਿ ਚੱਲਹਿ, ਜਿਨਾ ਮਾਰਗ ਪਾਵਹਿ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹਿ। ਜਿਸਨੋ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਕਹੈ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹਿ। ਜਿਸਨੋ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਕਹੈ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ, ਅੰਤਰਜਾਮੀ ਦੀਨ ਦਇਆਲ ਮਿਹਰਮਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ। ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਪਾਵਨ ਬਾਣੀ ਆਨੰਦ ਸਾਹਿਬ ਦੇ ਅੰਦਰ 15ਵੀਂ ਪੌੜੀ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਪੌੜੀ 919 ਅੰਗ ਤੇ ਸੋਭਨੀਕ ਹੈ। ਇਸ ਅੰਮ੍ਰਿਤ ਬਾਣੀ ਦੀਆਂ 40 ਪੌੜੀਆਂ ਹਨ ਆਨੰਦ ਸਾਹਿਬ ਬਾਣੀ ਦੀਆਂ। ਸਤਿਗੁਰੂ ਜੀ ਇਹ 15ਵੀਂ ਪੌੜੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉ ਤੂ ਚਲਾਏ ਤਿਵ ਚੱਲਹਿ ਸੁਆਮੀ। ਸੁਆਮੀ ਦਾ ਅਰਥ ਹੈ ਸਾਧ ਸੰਗਤ ਜੀ ਮਾਲਕ ਪਰਮੇਸ਼ਰ ਵਾਹਿਗੁਰੂ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਤੇ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤੇ ਮਹਾਰਾਜ ਸਾਹਿਬ ਜੀ ਦੱਸਦੇ ਹਨ ਕਿ ਭਾਈ ਅਸੀਂ ਸੰਸਾਰੀ ਜੀਵ ਉਸੇ ਤਰ੍ਹਾਂ ਹੀ ਚੱਲਦੇ ਹਾਂ ਜਿਵੇਂ ਉਹ ਸੁਆਮੀ ਸਾਨੂੰ ਚਲਾਉਂਦਾ ਹੈ, ਮਾਲਕ ਸਾਨੂੰ ਚਲਾਉਂਦਾ, ਉਹਦੇ ਚਲਾਏ ਹੋਏ ਆਪਾਂ ਚੱਲਦੇ ਹਾਂ। ਔਰ ਇਹ ਪ੍ਰਭੂ ਦੀ ਬੰਦਗੀ ਕਰਨ ਵਾਲੇ, ਸਿਮਰਨ ਭਗਤੀ ਕਰਨ ਵਾਲੇ, ਭਜਨ ਕਰਨ ਵਾਲੇ ਭਗਤਾਂ ਸੰਤਾਂ ਗੁਰਮੁਖਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਉਹ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਦਿਆਂ ਹੋਇਆਂ, ਆਗਿਆ ਵਿੱਚ ਚੱਲਦਿਆਂ ਹੋਇਆਂ
ਇਸ ਤਰ੍ਹਾਂ ਬੇਨਤੀ ਕਰਦੇ ਹਨ। ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ। ਜਿਵੇਂ ਪ੍ਰਭੂ ਜੀ ਆਪ ਚਲਾਉਂਦੇ ਹੋ ਉਸੇ ਤਰ੍ਹਾਂ ਹੀ ਅਸੀਂ ਜੀਵ ਚੱਲਦੇ ਹਾਂ। ਇਹ ਸੁਆਮੀ ਮਾਲਕ, ਸਾਨੂੰ ਆਪ ਜੀ ਚਲਾਉਣ ਵਾਲੇ ਹੋ। ਵਿਚਾਰ ਕੇ ਵੇਖੀਏ ਤਾਂ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਹਰੇਕ ਪੱਖ ਤੋਂ ਉਪਦੇਸ਼ ਬਖਸ਼ਿਸ਼ ਕੀਤਾ ਤੇ ਸਤਿਗੁਰੂ ਸਾਹਿਬ ਜੀ ਨੇ ਇਹੀ ਸਮਝਾਇਆ ਹੈ ਕਿ ਹੇ ਇਨਸਾਨ, ਤੂੰ ਆਪਣੀ ਹੰਗਤਾ ਮਮਤਾ ਛੱਡ ਕੇ, ਹਉਮੈ ਹੰਕਾਰ ਛੱਡ ਕੇ ਤੇ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਨੂੰ ਮੰਨ। ਪ੍ਰਭੂ ਪਰਮੇਸ਼ਰ ਦੀ ਆਗਿਆ ਦੇ ਵਿੱਚ ਚੱਲ। ਕਿਤੇ ਮਹਾਰਾਜ ਨੇ ਆਗਿਆ ਆਖਿਆ ਹੈ, ਕਿਤੇ ਹੁਕਮ ਆਖਿਆ ਹੈ, ਕਿਤੇ ਭਾਣਾ ਆਖਿਆ ਹੈ ਵੀ ਉਸ ਭਾਣੇ ਦੇ ਵਿੱਚ ਚੱਲਣਾ ਕਰ ਤੇ ਹਉਮੈ ਨੂੰ ਛੱਡ। ਤੇ ਇਹ ਬੇਨਤੀ ਕਰ, ਜਿਉ ਤੂੰ ਚਲਾਏ ਹੈ ਤੇ ਚੱਲਹਿ ਸੁਆਮੀ, ਕਿ ਇਹ ਮਾਲਕ ਜਿਵੇਂ ਤੁਸੀਂ ਚਲਾਉਂਦੇ ਹੋ ਉਸੇ ਤਰ੍ਹਾਂ ਹੀ ਅਸੀਂ ਚੱਲਦੇ ਹਾਂ। ਚੱਲਣਾ ਤੇ ਉਂਝ ਹੀ ਪੈਣਾ ਨਾ। ਜਨਮ ਵੀ ਵਾਹਿਗੁਰੂ ਜੀ ਨੇ ਆਪਣੇ ਹੱਥ ਦੇ ਵਿੱਚ ਰੱਖਿਆ ਹਰੇਕ ਜੀਵ ਦਾ, ਤੇ ਮਰਨ ਵੀ ਆਪਣੇ ਹੱਥ ਵਿੱਚ ਰੱਖਿਆ ਹੈ। ਤੇ ਵਿੱਚ ਥੋੜੀ ਜਿਹੀ ਖੁੱਲ੍ਹ ਦਿੱਤੀ ਆ ਵਿਚਾਲੇ ਵਿਚਾਲੇ। ਉਂਝ ਨੱਥ ਪਾਈ ਹੋਈ ਆ, ਜਿਵੇਂ ਕਿਸੇ ਪਸ਼ੂ ਨੂੰ ਨੱਥ ਪਾਈ ਜਾਂਦੀ ਹੈ ਨਾ, ਆਮ ਹੀ ਬਲਦਾਂ ਨੂੰ ਨੱਥ ਪਾਈ ਜਾਂਦੀ ਹੈ। ਪਸ਼ੂਆਂ ਨੂੰ ਨੱਥਾਂ ਪਾਈਆਂ ਜਾਂਦੀਆਂ ਤੇ ਉਹ ਨੱਥ ਪਾ ਕਰਕੇ ਕਈ ਵਾਰੀ ਨੱਥ ਵੀ ਪਾਈ ਹੁੰਦੀ ਹੈ ਤੇ ਥੋੜੀ ਜਿਹੀ ਖੁੱਲ੍ਹ ਵੀ ਦੇ ਦਿੱਤੀ ਜਾਂਦੀ ਹੈ ਉਹਨੂੰ। ਲੰਮੀ ਜਿਹੀ ਲਾਂ ਲਾ ਕੇ ਬੰਨ੍ਹ ਦਿੱਤਾ ਜਾਂਦਾ ਕਿੱਲੇ ਦੇ ਨਾਲ ਵੀ ਇੱਥੋਂ ਕਿਤੀਕ ਜਾ ਸਕਦਾ। ਫਿਰ ਵੀ ਨੱਥ ਤੇ ਹੁੰਦੀ ਹੈ ਨਾ ਨੱਕ ਦੇ ਵਿੱਚ, ਕਿੱਲੇ ਨਾਲ ਤਾਂ ਫਿਰ ਵੀ ਵੱਜਾ ਹੀ ਹੁੰਦਾ ਨਾ। ਖੁੱਲ੍ਹ ਹੁੰਦੀ ਆ ਪਰ ਉਨੀ ਕੁ ਖੁੱਲ੍ਹ ਹੁੰਦੀ ਵੀ ਇੱਥੋਂ ਕਿਤੀਕ ਜਾ ਕਰਕੇ ਤੂੰ ਘਾਹ ਪੱਠਾ ਖਾ ਸਕਦਾ ਤੇ ਇੱਥੋਂ ਪਾਣੀ ਪੀ ਸਕਦਾ, ਉਹਨਾਂ ਕੁ ਖੁੱਲ੍ਹਾ ਰੱਖਦਾ। ਸੰਗਲ ਪਾਇਆ ਹੁੰਦਾ, ਰੱਸਾ ਪਾਇਆ ਹੁੰਦਾ। ਨੱਥ ਤਾਂ ਪਰਮੇਸ਼ਰ ਨੇ ਸਾਰਿਆਂ ਦੇ ਹੀ ਪਾਈ ਹੋਈ ਆ, ਪਰ ਥੋੜੀ ਜਿਹੀ ਖੁੱਲ੍ਹ ਦਿੱਤੀ ਹੋਈ ਆ ਵੀ ਜੀਵਨ ਦੇ ਵਿੱਚ ਮਾਰ ਲਾ ਛਾਲਾਂ ਜਿੰਨੀਆਂ ਮਾਰਨੀਆਂ। ਅਕਲ ਵੀ ਦਿੱਤੀ ਆ ਵੀ ਇਹਦੇ ਅਕਲ ਦੇ ਨਾਲ ਮਾੜਾ ਪਾਸਾ ਤਿਆਗ ਕੇ ਚੰਗੇ ਪਾਸੇ ਵੱਲ ਨੂੰ ਆ। ਤੋ ਸੰਗਤ ਨੂੰ ਛੱਡ ਕੇ ਸੰਗਤ ਵਾਲੇ ਪਾਸੇ ਆ। ਜਿਵੇਂ ਆਪਾਂ ਬਚਨ ਪੜ੍ਹਦੇ ਨੱਥ ਦੇ ਸੰਬੰਧ ਵਿੱਚ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਹਰੇਕ ਦੇ ਨੱਕ ਦੇ ਵਿੱਚ ਨੱਥ ਪਾਈ ਹੋਈ ਹੈ, ਉਹ ਦਿਸਦੀ ਨਹੀਂ ਗੀ, ਉਹ ਜਿੰਨੇ ਪਾਈ ਆ ਉਹਨੂੰ ਹੀ ਪਤਾ ਹੈ। ਉਹ ਹੁਕਮ ਦੀ ਨੱਥ ਹੈ। ਬੰਦਾ ਕਈ ਵਾਰੀ ਕਹਿੰਦਾ ਨਾ ਵੀ ਇੱਥੇ ਜਾਣ ਦਾ ਤੇ ਮੈਂ ਸੋਚਿਆ ਹੀ ਨਹੀਂ ਵੀ ਮੈਂ ਵੀ ਇੱਥੇ ਚਲੇ ਜਾਵਾਂਗਾ, ਪਰ ਜਾਣਾ ਪੈ ਗਿਆ। ਕਹਿੰਦੇ ਵੀ ਇੱਥੋਂ ਦਾ ਵੀ ਪ੍ਰਸ਼ਾਦਾ ਛਕਣਾ ਸੀ, ਇਸ ਧਰਤੀ ਦਾ ਵੀ ਜਲ ਪਾਣੀ ਛਕਣਾ ਸੀ, ਕਦੀ ਸੋਚਿਆ ਵੀ ਨਹੀਂ ਸੀ। ਸੋਚਿਆ ਬੰਦੇ ਨੇ ਨਹੀਂ ਸੀ, ਪਰ ਰੱਬ ਨੇ ਤਾਂ ਪਹਿਲਾਂ ਹੀ ਸੋਚ ਕੇ ਰੱਖਿਆ ਸਾਰਾ ਕੁਝ। ਲੇਖੈ ਚਾਲੈ ਲੇਖੈ ਬੈਸੈ ਲੇਖੈ ਲੈਂਦਾ ਸਾਹਾ। ਚੱਲਣਾ ਫਿਰਨਾ ਬੈਠਣਾ ਸਾਹ ਲੈਣਾ ਸਭ ਕੁਝ ਲੇਖੇ ਦੇ ਵਿੱਚ ਹੀ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿੱਥੋਂ ਦਾ ਦਾਣਾ ਪਾਣੀ ਲਿਖਿਆ ਉੱਥੇ ਖਾਣਾ ਹੀ ਪੈਂਦਾ ਹੈ। ਜਿਵੇਂ ਵਾਹਿਗੁਰੂ ਚਲਾਉਂਦਾ ਉਸ ਤਰ੍ਹਾਂ ਚੱਲਣਾ ਹੀ ਪੈਂਦਾ। ਜੇ ਵਿਚਾਰ ਕੇ ਵੇਖੀਏ ਵੀ ਜਨਮ ਤਾਂ ਸਾਡਾ ਉਦੋਂ ਹੀ ਹੋਇਆ ਜਦੋਂ ਵਾਹਿਗੁਰੂ ਨੇ ਸਾਨੂੰ ਇਹ ਜਨਮ ਦਿੱਤਾ, ਤੇ ਸਾਡੀ ਮਰਜ਼ੀ ਨਾਲ ਤੇ ਹੋਇਆ ਨਹੀਂ, ਉਹਦੀ ਮਰਜ਼ੀ ਨਾਲ ਹੀ ਹੋਇਆ। ਉਹਨੇ ਮਨੁੱਖ ਬਣਾ ਦਿੱਤਾ, ਸਾਨੂੰ ਮਨੁੱਖਾ ਦੇਹ ਦੇ ਦਿੱਤੀ, ਤਰਸ ਕਰ ਦਿੱਤਾ। ਤੇ ਮਰਨ ਵੀ ਉਦੋਂ ਹੋਣਾ ਜਦੋਂ ਉਹਦਾ ਹੁਕਮ ਹੋ ਗਿਆ, ਪਰ ਉਹਨੇ ਲਿਖ ਕੇ ਭੇਜਿਆ ਹੋਇਆ ਮਰਨ ਲਿਖਾਏ ਮੰਡਲ ਮਹਿ ਆਏ। ਸੰਸਾਰ ਮੰਡਲ ਦੇ ਵਿੱਚ ਮਰਨਾ ਲਿਖਾ ਕੇ ਹਰੇਕ ਜੀਵ ਆਇਆ। ਉਹ ਲਿਖਿਆ ਹੋਇਆ ਵੀ ਕਿਹੜੇ ਦਿਨ ਹੋਣਾ, ਕਿਹੜੇ ਥਾਂ ਤੇ ਹੋਣਾ ਤੇ ਕਿਹੜੇ ਸਮੇਂ ਹੋਣਾ ਮਰਨਾ, ਉਹ ਸਾਰਾ ਲਿਖਿਆ ਹੋਇਆ।
ਇੱਕ ਆਪਾਂ ਆਮ ਹੀ ਕਹਾਵਤ ਸੰਸਾਰ ਦੇ ਵਿੱਚ ਕਹੀ ਜਾਂਦੀ, ਉਹ ਜੋ ਹੈ ਇਤਿਹਾਸ ਵਾ, ਇਤਿਹਾਸ ਤੋਂ ਹੀ ਕਹਾਵਤ ਬਣਦੀਆਂ। ਕਈ ਕਹਾਵਤਾਂ ਜਿਹੜੀਆਂ ਉਹਨਾਂ ਦੇ ਨਾਲ ਇਤਿਹਾਸ ਦਾ ਸੰਬੰਧ ਹੁੰਦਾ। ਕਹਿੰਦੇ ਵੀ ਮੂਸਾ ਭੱਜਾ ਮੌਤ ਤੋਂ ਤੇ ਮੌਤ ਅੱਗੇ ਖੜੀ, ਇਹ ਗੱਲ ਕਹੀ ਜਾਂਦੀ ਨਾ। ਗੱਲ ਇਹ ਵੀ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਡਾ ਜਨਮ ਵੀ ਉਹਦੇ ਹੁਕਮ ਦੇ ਵਿੱਚ ਹੋਇਆ, ਜਿਵੇਂ ਉਹਨੇ ਚਲਾਇਆ, ਤੇ ਸਾਡਾ ਮਰਨ ਵੀ ਉਹਦੇ ਹੁਕਮ ਦੇ ਵਿੱਚ ਵਾ। ਜਿਉ ਤੂੰ ਚਲਾਏ ਹੈ ਤੇ ਚੱਲੇ ਹੈ ਸੁਆਮੀ। ਤੇ ਮੂਸਾ ਪੈਗੰਬਰ ਦਾ ਨਾਮ ਹੈ, ਪੈਗੰਬਰ ਹੋਇਆ ਮੂਸਾ। ਤੇ ਰੋਜ਼ ਪਰਮੇਸ਼ਰ ਦਾ ਬਚਨ ਉਸ ਨੂੰ ਸੁਣਦਾ ਸੀ। ਪੈਗੰਬਰ ਆਵਾਜ਼ ਸੁਣਦੀ ਸੀ, ਆਕਾਸ਼ਬਾਣੀ ਪਰਮੇਸ਼ਰ ਦੀ ਸੁਣਿਆ ਕਰਦੀ ਸੀ। ਇੱਕ ਪਹਾੜ ਦੇ ਉੱਤੇ ਰੋਜ਼ ਉਸਨੇ ਆਖਿਆ ਵੀ ਹੇ ਪ੍ਰਭੂ, ਕਿ ਤੂੰ ਆਵਾਜ਼ ਆਪਣੀ ਸੁਣਾਉਣਾ ਹੈ, ਆਪਣਾ ਦੀਦਾਰ ਵੀ ਬਖਸ਼। ਤੇ ਪਰਮੇਸ਼ਰ ਵਾਹਿਗੁਰੂ ਨੇ ਆਖਿਆ ਵੀ ਮੇਰਾ ਦੀਦਾਰ ਤੇ ਇੱਥੋਂ ਝੱਲਿਆ ਨਹੀਂ ਜਾਣਾ। ਜਿਸ ਪਹਾੜ ਦੇ ਉੱਤੇ ਫਿਰ ਪਰਮੇਸ਼ਰ ਨੇ ਆਪਣਾ ਸਰੂਪ ਪ੍ਰਗਟ ਕੀਤਾ ਨਾ, ਉਹ ਐਸਾ ਨੂਰ, ਅੱਖਾਂ ਹੀ ਚੁਧਿਆ ਗਈਆਂ, ਅੱਖਾਂ ਹੀ ਬੰਦ ਹੋ ਗਈਆਂ। ਉਸ ਕਿੱਥਰਾ ਝੱਲਿਆ ਜਾਵੇ, ਇੰਨਾ ਤੇਜ, ਇੰਨਾ ਪ੍ਰਕਾਸ਼, ਕਰੋੜਾਂ ਸੂਰਜਾਂ ਤੋਂ ਵੀ ਜ਼ਿਆਦਾ ਚਮਕ। ਫਿਰ ਉਸ ਪਹਾੜ ਦਾ ਨਾਮ ਹੈ ਕੋਹੇ ਤੂਰ। ਕਹਿੰਦੇ ਵੀ ਉਹ ਪਹਾੜ ਸਾਰਾ ਜਿਹੜਾ ਸੀ ਉਸ ਵੇਲੇ ਭਸਮੀ ਹੋ ਗਿਆ, ਸੁਰਮੇ ਦਾ ਰੂਪੀ ਹੋ ਗਿਆ। ਤੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਬੇਨਤੀ ਕੀਤੀ ਫਿਰ ਕਿ ਹੇ ਪ੍ਰਭੂ ਕੋਈ ਬਚਨ ਸੁਣਾਓ। ਪਹਿਲਾਂ ਹੋਰ ਵੀ ਆਖਿਆ ਸੀ ਕੋਈ ਸੇਵਾ ਬਖਸ਼ੋ। ਕਹਿਣ ਲੱਗੇ ਵੀ ਤੈਨੂੰ ਸੇਵਾ ਦਿੱਤੀ ਹੈ, ਸਾਡਾ ਜਿਹੜਾ ਪੈਗਾਮ ਹੈ ਉਹ ਸੰਸਾਰ ਤੀਕ ਤੂੰ ਪਹੁੰਚਾਈ ਚੱਲ। ਇਹ ਵੀ ਸੇਵਾ ਹੀ ਹੈ। ਪੈਗੰਬਰ ਤਾਂ ਹੀ ਕਿਹਾ ਜਾਂਦਾ, ਅੰਬਰੀ ਪੈਗਾਮ ਜਿਹੜਾ ਸੰਸਾਰ ਤੀਕ ਪਹੁੰਚਾਉਂਦਾ ਉਹਨੂੰ ਪੈਗੰਬਰ ਕਿਹਾ ਜਾਂਦਾ। ਪਰਮੇਸ਼ਰ ਵਾਹਿਗੁਰੂ ਜੀ ਦਾ ਹੁਕਮ ਜੋ ਸੰਸਾਰ ਦੇ ਵਿੱਚ ਅੱਗੇ ਪਹੁੰਚਾਉਂਦਾ ਹੈ ਉਹਨੂੰ ਪੈਗੰਬਰ ਆਖਿਆ ਜਾਂਦਾ। ਕਹਿਣ ਲੱਗੇ ਤੈਨੂੰ ਸੇਵਾ ਹੀ ਦਿੱਤੀ ਹੈ, ਸਾਡਾ ਪੈਗਾਮ, ਸਾਡਾ ਹੁਕਮ ਸੰਸਾਰ ਤੇ ਪਹੁੰਚਾਉਣਾ ਹੈ ਤੂੰ। ਨਹੀਂ ਪਰਮੇਸ਼ਰ, ਇਹ ਤਾਂ ਹੈ ਕੋਈ ਵੱਡੀ ਸੇਵਾ ਦੇ ਨਾ। ਜਿਹੜੀਆਂ ਸੇਵਾ ਤੂੰ ਆਪਣੇ ਕੋਲੇ ਰੱਖੀਆਂ ਹੋਈਆਂ, 3 ਕੰਮ ਤੇਰੇ ਵੱਡੇ ਆ, ਉਹਨਾਂ ਚੋਂ ਕੋਈ ਇੱਕ ਦੇ। ਵੀ ਇੱਕ ਤਾਂ ਤੂੰ ਸੰਸਾਰ ਨੂੰ ਪੈਦਾ ਕਰਦਾ ਹੈ, ਇੱਕ ਸੰਸਾਰ ਦੀ ਪਾਲਣਾ ਕਰਦਾ ਹੈ, ਤੇ ਤੀਜਾ ਸੰਸਾਰ ਦਾ ਖਾਤਮਾ ਕਰਦਾ। ਇਹਨਾਂ 3 ਕੰਮਾਂ ਵਿੱਚੋਂ ਕੋਈ ਦੇ ਮੈਨੂੰ ਇੱਕ, ਵੀ ਮੈਂ ਵੀ ਸੰਸਾਰ ਨੂੰ ਪੈਦਾ ਕਰਿਆ ਕਰਾਂ, ਜਾਂ ਸੰਸਾਰ ਦੀ ਪਾਲਣਾ ਕਰਿਆ ਕਰਾਂ, ਜਾਂ ਸੰਸਾਰ ਨੂੰ ਖਾਤਮਾ ਕਰਾਂ। ਇਹ 3 ਵੱਡੇ ਕੰਮ ਤੂੰ ਆਪਣੇ ਕੋਲੇ ਹੀ ਰੱਖੇ ਹੋਏ ਆ ਪ੍ਰਭੂ ਖੁਦਾਵੰਦ ਕਰੀਮ। ਇਹਨਾਂ 3 ਕੰਮਾਂ ਦੇ ਵਿੱਚੋਂ ਕੋਈ ਇੱਕ ਦੇ। ਕਹਿਣ ਲੱਗੇ ਨਹੀਂ, ਇਹ ਤੇਰੇ ਤੋਂ ਨਹੀਂ ਹੋਣਾ ਕੰਮ, ਇਹ ਕੰਮ ਮੇਰਾ ਹੀ ਆ। ਕਿਉਂਕਿ ਉਹ ਪਰਮੇਸ਼ਰ ਵਾਹਿਗੁਰੂ ਜੋ ਕਰ ਸਕਦਾ ਵਾ, ਆਮ ਜੀਵ ਨਹੀਂ ਕਰ ਸਕਦੇ। ਮਹਾਰਾਜ ਨੇ ਕਹਿ ਦਿੱਤਾ ਪੈਗੰਬਰ ਵੀ ਨਹੀਂ ਕਰ ਸਕਦੇ। ਪੈਗੰਬਰ ਵੀ ਉਹਦੇ ਪੈਦਾ ਕੀਤੇ ਹੋਏ ਆਏ, ਪਰ ਉਹ ਪਰਮੇਸ਼ਰ ਵਾਹਿਗੁਰੂ ਜੋ ਆਪ ਕਰਨ ਵਾਲਾ ਹੈ ਉਹ ਆਪ ਹੀ ਕਰ ਸਕਦਾ ਹੈ। ਇਨਸਾਨ ਇਨਸਾਨ ਹੀ ਹੈ, ਭਗਵਾਨ ਭਗਵਾਨ ਹੀ ਹੈ। ਤੇ ਖਹਿੜੇ ਪੈ ਗਿਆ ਮੂਸਾ ਪੈਗੰਬਰ। ਉਹਨੇ ਕਿਹਾ ਨਹੀਂ, 3 ਕੰਮਾਂ ਚੋਂ ਇੱਕ ਕੰਮ ਤਾਂ ਮੈਨੂੰ ਦੇ ਨਾ। ਤੇ ਕਹਿਣ ਲੱਗੇ ਫਿਰ 1 ਦਿਨ ਵਾਸਤੇ ਦੇਣੇ ਤੈਨੂੰ ਇੱਕ ਕੰਮ, ਜੇ ਕਰਕੇ ਆ ਜਾਵੇਂਗਾ ਪੂਰਾ ਤੇ ਫਿਰ ਹੋਰ ਤੈਨੂੰ ਦੇ ਦੇਵਾਂਗੇ, ਫਿਰ ਵਧਾ ਦੇਵਾਂਗੇ ਤੇਰਾ ਕੰਮ। ਆ ਇੱਕ ਪਿੰਡ ਨੂੰ ਤੂੰ ਰੋਜੀ ਰੋਟੀ ਦੇਣ ਦਾ ਕੰਮ ਕਰ, ਇੱਕ ਪੂਰੇ ਪਿੰਡ ਨੂੰ। ਤੇ ਉਸ ਵੇਲੇ ਪਰਮੇਸ਼ਰ ਦੇ ਹੁਕਮ ਦੇ ਨਾਲ ਹੀ ਪਰਮੇਸ਼ਰ ਨੇ ਤਾਕਤ ਦੇ ਦਿੱਤੀ ਇੱਕ ਨਗਰ ਨੂੰ ਦੇਣ ਵਾਲੀ। ਹੁਕਮ ਹੀ ਕਰਨਾ ਸੀ। ਹੁਣ ਪਰਮੇਸ਼ਰ ਕਿਹੜਾ ਕੱਲੇ ਕੱਲੇ ਨੂੰ ਫੜ ਫੜ ਕੇ ਦਿੰਦਾ ਹੈ ਕੋਈ ਨਾ ਕੋਈ ਚੀਜ਼, ਉਹਦੇ ਹੁਕਮ 'ਚ ਹੀ ਸਾਰਾ ਕੁਝ ਚੱਲ ਜਾਂਦਾ। ਉਹਦੇ ਹੁਕਮ ਦੀ ਇੰਨੀ ਵੱਡੀ ਖੇਡ।
ਹੁਣ ਕੱਲੇ ਕੱਲੇ ਦੇ ਘਰੇ ਜਾ ਕੇ ਰੋਟੀ ਥੋੜਾ ਪਕਾਉਂਦਾ ਰੱਬ ਕਿਤੇ। ਉਹਦਾ ਹੁਕਮ ਹੀ ਹੈ ਸਭ ਨੂੰ, ਰੋਜੀ ਰੋਟੀ ਸਭ ਨੂੰ ਪਰਾ ਲਫ਼ਜ਼ ਸਭ ਦੇ ਮੱਥੇ ਤੇ ਲਿਖ ਦਿੰਦਾ, ਤੇ ਸਭ ਨੂੰ ਘਰੋਂ ਘਰੀ ਥਾਂ ਥਾਂ ਜਿੱਥੇ ਵੀ ਆ ਉੱਥੇ ਉਹ ਮਿਲਦਾ ਸਭ ਕੁਝ। ਮੂਸੇ ਪੈਗੰਬਰ ਨੂੰ ਤਾਕਤ ਦਿੱਤੀ ਵੀ ਇੱਕ ਪਿੰਡ ਨੂੰ ਦੇ ਤੂੰ ਰੋਜੀ ਰੋਟੀ, ਤਾਂ ਉਹ ਦੇਣ ਲੱਗਾ। ਉਹਨੇ ਹੁਕਮ ਹੀ ਕਰਨਾ ਸੀ, ਵਾਹਿਗੁਰੂ ਦੀ ਤਾਕਤ ਮਿਲੀ ਹੋਈ ਜਿਹੜੀ। ਹੁਕਮ ਕੀਤਾ ਵੀ ਸਾਰਿਆਂ ਨੂੰ, ਪਿੰਡ ਵਾਲਿਆਂ ਨੂੰ ਰੋਟੀ ਮਿਲੇ। ਤੇ ਕੁਝ ਜਿਹੜੇ ਦੋ ਕੁ ਇਨਸਾਨ ਸੀ ਉਹਨੇ ਕੁਕਰਮੀ ਵੇਖੇ ਵੀ ਉਹਨਾਂ ਦਾ ਮਾੜਾ ਕਰਮ, ਆਖਿਆ ਵੀ ਖੁਦਾ ਇਹਨਾਂ ਨੂੰ ਰੋਟੀ ਨਹੀਂ ਦੇਣੀ, ਇਹਨਾਂ ਨੂੰ ਭੁੱਖੇ ਰੱਖਣਾ ਹੈ। ਉਹਨਾਂ ਨੂੰ ਨਾ ਦਿੱਤੀ। ਅਗਲਾ ਦਿਨ ਹੋਇਆ ਤੇ ਖੁਦਾ ਦੇ ਪਾਸ ਜਦੋਂ ਪਹੁੰਚਿਆ ਤੇ ਆਖਿਆ ਪਰਮੇਸ਼ਰ ਵਾਹਿਗੁਰੂ ਜੀ ਨੇ ਵੀ ਹਾਂ ਪੈਗੰਬਰ ਸਾਰਿਆਂ ਨੂੰ ਰੋਟੀ ਦਿੱਤੀ? ਕਹਿਣ ਲੱਗਾ ਜੀ ਹਾਂ ਦਿੱਤੀ ਸਾਰੇ। ਕਹਿੰਦੇ ਦੋਵਾਂ ਨੂੰ ਕਿਉਂ ਨਹੀਂ ਦਿੱਤੀ? ਕਹਿਣ ਲੱਗਾ ਜੀ ਉਹਨਾਂ ਦੇ ਕੰਮ ਬੜੇ ਮਾੜੇ ਸੀ, ਉਹ ਬੜੇ ਕੁਕਰਮੀ ਸੀਗੇ, ਮਾੜੇ ਮੰਦੇ ਕਰਮਾਂ ਵਾਲੇ ਸੀ, ਬਹੁਤ ਭੈੜੇ ਕਰਮ ਕਰਦੇ ਸੀ, ਤਾਂ ਨਹੀਂ ਦਿੱਤੀ, ਉਹਨਾਂ ਨੂੰ ਭੁੱਖੇ ਰੱਖਿਆ। ਕਹਿੰਦੇ ਵੀ ਤੂੰ ਪਾਸ ਨਹੀਂ ਹੋਇਆ, ਤੂੰ ਇਹ ਕੰਮ ਕਰਨ ਦੇ ਵਿੱਚ ਸਫਲ ਨਹੀਂ ਹੋਇਆ, ਕਿਉਂਕਿ ਤੈਨੂੰ ਸਿਰਫ ਰੋਜੀ ਦੇਣ ਦਾ ਪ੍ਰਬੰਧਕ ਬਣਾਇਆ ਸੀ, ਕਿਸੇ ਦੇ ਕਰਮ ਵੇਖਣ ਵਾਸਤੇ ਨਹੀਂ ਸੀ ਆਖਿਆ। ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਸੀ ਉਹ ਮੈਂ ਕਰਨਾ ਹੈ। ਕਿਸੇ ਦੇ ਕਰਮ ਚੰਗੇ ਆ ਜਾਂ ਮਾੜੇ ਆ, ਉਹਨਾਂ ਦਾ ਫਲ ਮੈਂ ਭੁਗਤਾਉਣਾ ਹੈ। ਤੈਨੂੰ ਤਾਂ ਰੋਜੀ ਦੇਣ ਵਾਸਤੇ ਪ੍ਰਬੰਧ ਦਿੱਤਾ ਸੀ, ਤੂੰ ਤਾਂ ਰੋਟੀ ਤਾਂ ਦਿੰਦਾ ਸਾਰਿਆਂ ਨੂੰ। ਜੇ ਬੰਦੇ ਦੇ ਹੱਥ ਵਿੱਚ ਆ ਜਾਵੇ ਨਾ ਇਹ ਪ੍ਰਬੰਧ, ਇਹ ਕਰਮ ਵੇਖ ਵੇਖ ਕੇ ਰੋਟੀ ਦੇਵੇ, ਉਹ ਰੱਬ ਹੀ ਹੈ ਜਿਹੜਾ ਸਾਰਿਆਂ ਦੇ ਮੰਦੇ ਚੰਗੇ ਕਰਮ ਵੀ ਵੇਂਦਾ ਹੈ, ਪਰ ਸਾਰਿਆਂ ਨੂੰ ਰੋਜੀ ਰੋਟੀ ਵੀ ਦਿੰਦਾ। ਇਸੇ ਕਰਕੇ ਉਹਨੂੰ ਦਿਆਲੂ ਆਖਿਆ ਹੈ, ਕਿਰਪਾਲੂ ਆਖਿਆ ਹੈ, ਦਇਆ ਦਾ ਘਰ ਆਖਿਆ। ਦੋਸ਼ਾਂ ਨੂੰ ਵੇਖਦਾ ਹੋਇਆ, ਐਬਾਂ ਨੂੰ ਵੇਖਦਾ ਹੋਇਆ, ਗੁਨਾਹਾਂ ਨੂੰ ਵੇਖਦਾ ਹੋਇਆ, ਫਿਰ ਵੀ ਰੋਜੀ ਰੋਟੀ ਦਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ, ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਸੰਤਿ ਉਬਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਿਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰ, ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਦੋਸ਼ਾਂ ਨੂੰ ਵੇਖਦਾ ਹੈ ਪਰ ਦਿੰਦਾ ਹੋਇਆ ਨਹੀਂ ਹਾਰਦਾ। ਉਹ ਕਹਿੰਦਾ ਵੀ ਹੁਣ ਪ੍ਰਸ਼ਾਦਾ ਪਾਣੀ ਛਕ, ਰੋਟੀ ਪਾਣੀ ਖਾ, ਹਾਂ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਵੀ ਕਰਾਂਗੇ। ਜਿਸ ਤਰ੍ਹਾਂ ਦੇ ਤੂੰ ਕਰਮ ਕਰਦਾ ਉਹਦਾ ਤੈਨੂੰ ਲੇਖਾ ਤੇ ਦੇਣਾ ਹੀ ਪੈਣਾ ਹੈ, ਪਰ ਉਹ ਫੇਰ ਕਰਾਂਗੇ। ਹੁਣ ਤੂੰ ਰੋਜੀ ਰੋਟੀ ਤੈਨੂੰ ਦੇਣੀ ਹੈ, ਰੋਜੀ ਰੋਟੀ ਨਹੀਂ ਬੰਦ ਕਰਦਾ। ਇਸੇ ਕਰਕੇ ਦਾਤਾ ਉਸ ਨੂੰ ਆਖਿਆ, ਇਸ ਕਰਕੇ ਰਾਜਕ ਉਸ ਨੂੰ ਆਖਿਆ ਕਿ ਰੋਜੀ ਦਿਹੰਦ ਹੈ, ਕਿ ਰਾਜ ਕਰ ਹਿੰਦ ਹੈ। ਫਿਰ ਮੂਸੇ ਪੈਗੰਬਰ ਨੇ ਆਖਿਆ ਵੀ ਹੋਰ ਮੈਨੂੰ ਕੋਈ ਭਜਨ ਸੁਣਾਓ। ਕਹਿੰਦੇ ਵੀ ਭਜਨ ਤੈਨੂੰ ਹੋਰ ਕੀ ਸੁਣਾਉਣਾ ਵਾ, 7ਵੇਂ ਦਿਨ ਨੂੰ ਤੇਰੀ ਮੌਤ ਹੈ, 7 ਦਿਨਾਂ ਨੂੰ ਤੂੰ ਮਰ ਜਾਣਾ। ਤੈਨੂੰ ਮੌਤ ਦੇ ਫਰਿਸ਼ਤੇ ਨੇ ਆ ਜਾਣਾ ਹੈ ਜਾਮਣੇ ਫੜਨ ਵਾਸਤੇ। ਕਹਿੰਦੇ ਵੀ ਉਸੇ ਵੇਲੇ ਭੱਜ ਪਿਆ। ਜਿਹੜਾ ਸੰਸਾਰ 'ਚ ਕਿਹਾ ਜਾਂਦਾ ਹੈ ਨਾ ਵੀ ਮੂਸਾ ਭੱਜਾ ਮੌਤ ਤੋਂ ਤੇ ਮੌਤ ਅੱਗੇ ਖੜੀ। 7 ਦਿਨ ਤੁਰੇ ਗਿਆ, ਭੱਜੀ ਗਿਆ, ਤੇ ਕਹਿੰਦੇ ਵੀ ਜੰਗਲ ਪਾਰ ਕੀਤੇ, ਅੱਗੇ ਸੰਘਣੇ ਜੰਗਲ ਦੇ ਵਿੱਚ ਬੀਆਬਾਨ ਵਿੱਚ ਚਲੇ ਗਿਆ, ਤੇ ਉੱਥੇ 4 ਬੰਦੇ ਉਹ ਟੋਆ ਪੁੱਟਣ ਡਏ, ਉਹਨਾਂ ਦੇ ਕੋਲੇ ਚਲੇ ਗਏ। ਕਹਿੰਦਾ ਇੱਥੇ ਜੰਗਲ ਦੇ ਵਿੱਚ ਬੀਆਬਾਨ ਉਜਾੜ ਦੇ ਵਿੱਚ ਇੱਥੇ ਤੁਸੀਂ ਕਿਵੇਂ ਖੂਹ ਲਾ ਰਹੇ ਹੋ, ਕਿਵੇਂ ਟੋਆ ਪੁੱਟ ਰਹੇ ਹੋ? ਇੱਥੇ ਕੋਈ ਵਸੋਂ ਨਹੀਂ, ਕੋਈ ਨਗਰ ਨਹੀਂ ਜੰਗਲ ਦੇ ਵਿੱਚ। ਕਹਿੰਦੇ ਤੈਨੂੰ ਹੀ ਉਡੀਕਦੇ ਸੀ, ਇੱਥੇ ਤੇਰਾ ਹੀ ਟੋਆ ਪੁੱਟਣ ਡਏ, ਤੂੰ ਹੀ ਇੱਥੇ ਆਉਣਾ ਸੀ ਤੇ ਤੈਨੂੰ ਹੀ ਇਸ ਟੋਏ 'ਚ ਦਫਨਾਉਣਾ ਸੀ।
ਇਸ ਕਰਕੇ ਕਿ ਬੰਦਾ ਕਿਸੇ ਪਾਸੇ ਨਹੀਂ ਭੱਜ ਸਕਦਾ, ਭੱਜ ਕੇ ਕਿੱਥੇ ਚਲੇ ਜਾਵੇਗਾ। ਵਾਹਿਗੁਰੂ ਨੇ ਜਨਮ ਵੀ ਆਪਣੇ ਹੁਕਮ ਦੇ ਵਿੱਚ ਰੱਖਿਆ ਤੇ ਮਰਨ ਵੀ ਆਪਣੇ ਹੁਕਮ ਦੇ ਵਿੱਚ ਰੱਖਿਆ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਆਮ ਇਨਸਾਨਾਂ ਨੇ ਤਾਂ ਉਹਦੇ ਅੰਤ ਨੂੰ ਕੀ ਜਾਣਨਾ, ਪ੍ਰਭੂ ਦੇ ਭੇਦ ਨੂੰ ਕੀ ਜਾਣਨਾ, ਪੈਗੰਬਰ ਵੀ ਨਹੀਂ ਜਾਣ ਸਕਦੇ। ਪੈਗੰਬਰ ਵੀ ਉਹਨਾਂ ਕੀ ਜਾਣਦੇ ਜਿੰਨਾ ਕੋ ਜਣਾਉਂਦਾ ਹੈ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ। ਗੁਰਬਾਣੀ 'ਚ ਆਖਿਆ ਅਵਤਾਰ ਉਹਦੇ ਭੇਜੇ ਆਮ ਇਨਸਾਨਾਂ ਨਾਲੋਂ ਤੇ ਬਹੁਤ ਉੱਚੀ ਹਸਤੀ ਹੁੰਦੇ ਅਵਤਾਰ। ਸੰਸਾਰ ਨੂੰ ਉਪਦੇਸ਼ ਦੇਣ ਵਾਸਤੇ ਪਰਮੇਸ਼ਰ ਭੇਜਦਾ ਅਵਤਾਰਾਂ ਨੂੰ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਵਤਾਰ ਵੀ ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਦੇ। ਅਵਤਾਰ ਨਾ ਜਾਣਹਿ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਪਰਮੇਸ਼ਰ ਪਾਰ ਬ੍ਰਹਮ ਬੇਅੰਤ ਹੈ, ਉਹਦੇ ਅੰਤ ਨੂੰ ਪੈਗੰਬਰ ਤੇ ਅਵਤਾਰ ਵੀ ਨਹੀਂ ਜਾਣਦੇ, ਕਿਉਂਕਿ ਪੈਗੰਬਰ ਉਹਦੇ ਪੈਦਾ ਕੀਤੇ ਹੋਏ ਆ ਕਿਰਤਵਾ, ਅਵਤਾਰ ਉਹਦੇ ਪੈਦਾ ਕੀਤੇ ਹੋਏ ਆ। ਅਵਤਾਰਾਂ ਦੇ ਅਨੇਕਾਂ ਕਿਸਮਾਂ ਹਨ। ਨਿਤ ਅਵਤਾਰ ਹੈ, ਨਿਮਿਤ ਅਵਤਾਰ ਹੈ, ਅੰਸਾ ਅਵਤਾਰ ਹੈ, ਅਵੇਸ਼ਾ ਅਵਤਾਰ ਹੈ, ਕਲਾ ਅਵਤਾਰ ਹੈ। ਉਹ ਪਰਮੇਸ਼ਰ ਜਿੰਨੀਆਂ ਕਲਾ ਦੇ ਦੇ ਕੇ ਭੇਜਦਾ ਅਵਤਾਰ ਆਉਂਦੇ। ਕਿਸੇ ਨੂੰ 14 ਕਲਾ ਦੇ ਕੇ ਭੇਜਦਾ ਹੈ, ਕਿਸੇ ਨੂੰ 16 ਸ਼ਕਤੀਆਂ 16 ਕਲਾ ਦੇ ਕੇ ਭੇਜਦਾ ਹੈ। ਫਿਰ ਉਹਦੇ ਹੁਕਮ ਦੇ ਵਿੱਚ ਕੋਈ ਇੱਕ ਹੀ ਅਵਤਾਰ ਨਹੀਂ। ਮਹਾਰਾਜ ਕਹਿੰਦੇ ਵੀ ਅਨੇਕਾਂ ਹੀ, कितने ही उसने रामचंद्र पैदा किए, कितने ही कृष्ण अवतार पैदा किए, तो ਉਹਦੇ पैदा किए हुए उसके अंत ਨੂੰ नहीं जानते। ਤਾਂ ਵਾਹਿਗੁਰੂ ਪਰਮੇਸ਼ਰ ਨੇ ਸਭ ਦਾ ਜਨਮ ਵੀ ਆਪਣੇ ਹੱਥ ਦੇ ਵਿੱਚ ਰੱਖਿਆ ਹੈ, ਸਭ ਦਾ ਮਰਨ ਵੀ ਆਪਣੇ ਹੱਥ ਵਿੱਚ ਰੱਖਿਆ ਹੈ। ਮੂਸਾ ਭੱਜਾ ਮੌਤ ਤੋਂ ਤੇ ਮੌਤ ਦੇ ਅੱਗੇ ਖੜੀ। 7 ਦਿਨ ਭੱਜਾ ਗਿਆ ਤੇ ਅਗਲੇ ਪਾਸੇ ਖਲੋਤੇ ਉਹ ਪਹਿਲਾਂ ਹੀ। ਉਹ ਕਹਿੰਦੇ ਤੈਨੂੰ ਉਡੀਕ ਰਹੇ ਸਾਂ, ਤੂੰ ਇੱਥੇ ਹੀ ਆਉਣਾ ਸੀ। ਤਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਹੱਥ ਦੇ ਵਿੱਚ ਸਭ ਕੁਝ ਰੱਖਿਆ ਹੋਇਆ। ਕੁਝ ਮਨੁੱਖ ਨੂੰ ਸੁਤੰਤਰਤਾ ਦਿੱਤੀ ਹੈ, ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ, ਇਹਨੂੰ ਸਮਝ ਦਿੱਤੀ ਹੈ ਕਿ ਤੂੰ ਭਾਈ ਗੁਰੂ ਕੀ ਸ਼ਰਨ ਦੇ ਵਿੱਚ ਪੈ ਕਰਕੇ ਸਮਝ ਲੈਣਾ ਕਰ, ਸੋਝੀ ਲੈਣਾ ਕਰ, ਸਤ ਸੰਗਤ ਕਰ, ਆਪਣਾ ਜੀਵਨ ਸਫਲ ਕਰ, ਕੁਕਰਮ ਤਿਆਗ, ਸ਼ੁਭ ਕਰਮ ਕਰ, ਅਵਗੁਣਾਂ ਦਾ ਤਿਆਗ ਕਰ ਤੇ ਗੁਣਾਂ ਨੂੰ ਗ੍ਰਹਿਣ ਕਰ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾ ਰਹੇ ਆ, ਜਿਉ ਤੂੰ ਚਲਾਏ ਹੈ ਤਿਵ ਚੱਲੈ ਹੈ ਸੁਆਮੀ। ਹੇ ਮਾਲਕ, ਜਿਵੇਂ ਤੁਸੀਂ ਸਾਨੂੰ ਸੰਸਾਰੀ ਜੀਵਾਂ ਨੂੰ ਚਲਾਉਂਦੇ ਹੋ ਉਸੇ ਤਰ੍ਹਾਂ ਅਸੀਂ ਚੱਲਦੇ ਹਾਂ, ਕਿਉਂਕਿ ਸਾਡੀ ਤਾਰ ਆਪ ਜੀ ਦੇ ਹੱਥ ਵਿੱਚ ਹੈ। ਪਰਮੇਸ਼ਰ ਨੂੰ ਕਰਤਾਰ ਆਖਿਆ ਜਾਂਦਾ ਹੈ। ਅਨੇਕਾਂ ਨਾਵਾਂ ਵਿੱਚੋਂ ਇੱਕ ਉਹਦਾ ਕਰਤਾਰ ਵੀ ਨਾਮ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਅਨੇਕਾਂ ਵਾਰੀ ਇਹ ਬਚਨ ਉਚਾਰਨ ਕੀਤਾ, ਸਤ ਕਰਤਾਰ, ਸਤ ਕਰਤਾਰ। ਕਰਤਾਰ ਹੀ ਸਤ ਹੈ ਤੇ ਕਰਤਾਰ ਉਸ ਨੂੰ ਤਾਂ ਆਖਿਆ ਹੈ, ਮਹਾਂਪੁਰਖਾਂ ਨੇ ਇਸ ਪਦ ਦਾ ਅਰਥ ਕਰਦਿਆਂ ਹੋਇਆ ਆਖਿਆ ਸਾਰੇ ਜੀਵਾਂ ਦੀ ਤਾਰ ਉਹਦੇ ਹੱਥ ਵਿੱਚ, ਤਾਂ ਉਹਨੂੰ ਕਰਤਾਰ ਆਖਿਆ। ਸਾਰਿਆਂ ਦੀ ਸਵਾਸਾਂ ਦੀ ਤਾਰ ਉਹਦੇ ਹੱਥ ਵਿੱਚ ਹੈ, ਸਾਰਿਆਂ ਦੀ ਰੋਜੀ ਰੋਟੀ ਦੀ ਤਾਰ ਉਹਦੇ ਹੱਥ ਵਿੱਚ ਹੈ, ਸਾਰਿਆਂ ਦੇ ਜਨਮ ਤੇ ਮਰਨ ਦੀ ਤਾਰ ਉਹਦੇ ਹੱਥ ਵਿੱਚ ਹੈ। ਸਾਡੇ ਹੱਥ ਵਿੱਚ ਤਾਂ ਨਹੀਂ, ਨਾ ਜਨਮ ਦੀ ਤਾਰ ਹੈ ਨਾ ਮਰਨ ਦੀ ਤਾਰ ਹੈ। ਜੇ ਬੰਦੇ ਦੇ ਆਪਣੇ ਹੱਥ ਵਿੱਚ ਹੋਵੇ ਤਾਂ ਇਹ ਕਦੋਂ ਮਰੇ? ਫਿਰ ਮਰਨਾ ਕਿਸੇ ਨੂੰ ਕਿਵੇਂ? ਕੋਈ ਚਾਹੁੰਦਾ ਤਾਂ ਨਹੀਂ ਹੈ ਕਿ ਮੇਰੀ ਮੌਤ ਹੋਵੇ, ਪਰ ਹੁੰਦੀ ਹੈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਉਹਨੇ ਤਾਰ ਹੀ ਆਪਣੇ ਹੱਥ ਵਿੱਚ ਰੱਖੀ ਹੈ, ਰੋਜੀ ਰੋਟੀ ਦੀ ਤਾਰ ਆਪਣੇ ਹੱਥ ਵਿੱਚ ਰੱਖੀ ਹੈ। ਜਿੰਨੀ ਉਹਦੇ ਹੁਕਮ ਦੇ ਨਾਲ ਪਰਾਲਬਧ ਜੋ ਲਿਖੀ ਜਾਂਦੀ ਹੈ ਉਹ ਵੀ ਜੀਵਨ ਨੂੰ ਮਿਲਦੀ ਹੈ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਕਰਤਾਰ ਹੈ ਤੇ ਸਾਰੇ ਜੀਵਾਂ ਦੀ ਤਾਰ ਉਹਦੇ ਹੱਥ ਵਿੱਚ ਹੈ।
ਸਵਾਸਾਂ ਦੀ ਇਸੇ ਤਰ੍ਹਾਂ ਇੱਜ਼ਤ ਮਾਣ ਉਹਦੇ ਹੁਕਮ ਵਿੱਚ ਹੀ ਜਿੰਨਾ ਕੁਝ ਮਿਲਣਾ ਹੁੰਦਾ ਉਹ ਮਿਲਦਾ ਹੈ। ਜਿਸ ਦਾ ਮਹਾਰਾਜ ਨੇ ਕਥਨ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਕੀਤਾ ਹੈ। ਇੱਕ ਮਨੁੱਖ ਦੀ ਨਹੀਂ 84 ਲੱਖ ਜੂਨਾਂ ਦੀ ਤਾਰੀ ਉਹਦੇ ਹੱਥ ਵਿੱਚ ਹੈ। ਇੱਕ ਧਰਤੀ ਦੀ ਨਹੀਂ ਕਰੋੜਾਂ ਧਰਤੀਆਂ, ਕਰੋੜਾਂ ਆਕਾਸ਼, ਕਰੋੜਾਂ ਖੰਡ ਤੇ ਬ੍ਰਹਿਮੰਡਾਂ ਦੀ ਤਾਰ ਸਭ ਦੀ ਉਹਦੇ ਹੱਥ ਵਿੱਚ ਹੀ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਮਹਾਰਾਜ ਕਹਿੰਦੇ ਜੇ ਕੋਈ ਹੁਕਮ ਨੂੰ ਬੁੱਝ ਲਵੇ ਤਾਂ ਹਉਮੈ ਦੇ ਬੋਲ ਨਾ ਕਵੇ, ਹਉਮੈ ਦੇ ਵਾਕ ਨਾ ਆਖੇ। ਹੁਕਮ ਬੁੱਝਿਆ ਜਾਵੇਗਾ ਗੁਰੂ ਕੀ ਸ਼ਰਨ ਪੈ ਕਰਕੇ। ਫਿਰ ਪਤਾ ਲੱਗੇਗਾ ਕਿ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਸਾਰੀ ਖੇਡ ਵਰਤ ਰਹੀ ਹੈ। ਗੁਰੂ ਸਾਹਿਬ ਜੀ ਹੁਕਮ ਨੂੰ ਸਮਝਾਉਂਦੇ ਆ। ਸਾਰੀ ਬਾਣੀ ਦੇ ਅੰਦਰ ਹੁਕਮ ਦੀ ਵਿਆਖਿਆ ਕੀਤੀ ਮਹਾਰਾਜ ਨੇ ਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਭਾਈ ਸਾਰਾ ਵਰਤਾਰਾ ਵਰਤ ਰਿਹਾ। ਹੁਕਮ ਏਡਾ ਵੱਡਾ ਹੈ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਰੋੜਾਂ ਖੰਡ ਬ੍ਰਹਿਮੰਡ ਹੁਕਮ ਦੇ ਵਿੱਚ ਪੈਦਾ ਹੋਏ, ਹੁਕਮ ਦੇ ਵਿੱਚ ਪਾਲਣਾ ਹੋ ਰਹੀ ਹੈ, ਹੁਕਮ ਦੇ ਵਿੱਚ ਖਾਤਮਾ ਹੋ ਰਿਹਾ ਹੈ। ਸਾਰੀ ਖੇਡ ਹੁਕਮ ਦੇ ਵਿੱਚ ਚੱਲ ਰਹੀ ਹੈ। ਤੇ ਰਚਨਾ ਕਿੱਡੀ ਵੱਡੀ ਹੈ ਤੇ ਇਸ ਰਚਨਾ ਨੂੰ ਚਲਾਉਣ ਵਾਲਾ ਫਿਰ ਹੁਕਮ ਕਿੱਡਾ ਵੱਡਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮ ਦੱਸਿਆ ਹੀ ਨਹੀਂ ਜਾ ਸਕਦਾ ਕਿੱਡਾ ਵੱਡਾ। ਉਸ ਹੁਕਮ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਜਿਉ ਤੂੰ ਚਲਾਏ ਤਿਵ ਚੱਲਹਿ ਸੁਆਮੀ। ਹੇ ਮਾਲਕ ਜਿਵੇਂ ਤੁਸੀਂ ਸਾਨੂੰ ਚਲਾਉਂਦੇ ਹੋ ਉਸੇ ਤਰ੍ਹਾਂ ਅਸੀਂ ਚੱਲਦੇ ਹਾਂ। ਹੋਰ ਕਿਆ ਜਾਣਾ ਗੁਣ ਤੇਰੇ, ਤੇ ਹੋਰ ਕਿਆ ਜਾਣਾ ਗੁਣ ਤੇਰੇ। ਹੇ ਪ੍ਰਭੂ ਤੇਰੇ ਗੁਣਾਂ ਨੂੰ ਮੈਂ ਕੀ ਜਾਣ ਸਕਦਾ। ਹੋਰ ਜਿਹੜੇ ਆਪ ਜੀ ਦੇ ਬੇਅੰਤ ਗੁਣ ਹਨ ਉਹਨਾਂ ਗੁਣਾਂ ਨੂੰ ਮੈਂ ਕਿਵੇਂ ਜਾਣ ਸਕਦਾ ਹਾਂ, ਕੀ ਜਾਣ ਸਕਦਾ। ਜਿੰਨਾ ਕਿ ਤੁਸੀਂ ਜਣਾਓਗੇ, ਜਿੰਨਾ ਕਿ ਤੁਸੀਂ ਸਮਝਾਓਗੇ ਉਹਨਾਂ ਕੀ ਮੈਂ ਜਾਣ ਸਕਦਾ। ਵੇਖੋ ਸਤਿਗੁਰਾਂ ਦੀ ਨਿਮਰਤਾ। ਗਰੀਬ ਨਵਾਜ ਸਾਹਿਬ ਜੀ ਨੇ ਸਾਨੂੰ ਇਹ ਪਾਠ ਪੜ੍ਹਾਉਂਦਿਆਂ ਹੋਇਆਂ, ਇਹ ਪੜ੍ਹਾਈ ਪੜ੍ਹਾਉਂਦਿਆਂ ਹੋਇਆਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਭਾਈ ਕਿ ਹਉਮੈ ਨੂੰ ਛੱਡ ਕਰਕੇ ਚੱਲਣ ਵਾਲਾ ਇਹ ਮਾਰਗ ਹੈ, ਇਹ ਰਸਤਾ ਹੈ। ਗੁਰੂ ਸਾਹਿਬਾਂ ਨੇ ਆਪ ਕਿਸੇ ਪੱਖ ਤੋਂ ਵੀ ਜਿਸ ਵੇਲੇ ਬਚਨ ਉਚਾਰਨ ਕੀਤਾ ਤੇ ਮਹਾਰਾਜ ਸਾਹਿਬ ਜੀ ਨੇ ਇਹੀ ਆਖਿਆ ਕਿ ਉਹ ਵਾਹਿਗੁਰੂ ਬੇਅੰਤ ਹੈ ਭਾਈ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਨੂੰ ਪੂਰਾ ਸਮਝਿਆ ਨਹੀਂ ਜਾ ਸਕਦਾ। ਜਾਣ ਕੇ ਸਮਝ ਕੇ ਇਹੀ ਸਮਝਾਵੇਗੀ ਕਿ ਉਹਦਾ ਅੰਤ ਕੋਈ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਜਿੰਨਾ ਬਹੁਤਾ ਉਸ ਦਾ ਕਥਨ ਕਰੀਏ ਓਨਾ ਹੀ ਬਹੁਤਾ ਉਹ ਹੋਰ ਹੈ। ਜਾਣ ਕੇ ਸਮਝ ਕੇ ਇਹੀ ਜਾਣਿਆ ਜਾਵੇਗਾ ਵੀ ਉਹਨੂੰ ਜਿੰਨਾ ਬਹੁਤਾ ਕਥਨ ਕਰੀਏ, ਬਹੁਤਾ ਜਸ ਕਰੀਏ, ਓਨਾ ਹੀ ਉਹਦਾ ਬਹੁਤਾ ਜਸ ਹੋਰ ਹੈ, ਓਨੇ ਹੀ ਬਹੁਤੇ ਗੁਣ ਹੋਰ ਹਨ। ਸਾਰਾ ਕਥਨ ਹੀ ਨਹੀਂ ਕੀਤਾ ਜਾ ਸਕਦਾ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡੀ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡੇ ਆਪ ਜਾਣੈ ਆਪ, ਆਪ ਨਾਨਕ ਨਦਰੀ ਕਰਮੀ ਦਾਤ। ਜਿੱਡਾ ਵੱਡਾ ਆਪ ਹੈ ਆਪਣੇ ਆਪੇ ਨੂੰ ਆਪ ਹੀ ਜਾਣਦਾ।
ਜਿਸ ਉਤੇ ਆਪਣੀ ਨਦਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਸ ਨੂੰ ਦਾਤ ਮਿਲਦੀ ਹੈ ਨਾਮ ਦੀ। ਉਸ ਨੂੰ ਦਾਤ ਮਿਲਦੀ ਹੈ ਉਸ ਦੇ ਗਿਆਨ ਦੀ। ਫਿਰ ਉਹਦੇ ਦਿੱਤੇ ਗਿਆਨ ਦੁਆਰਾ, ਉਸ ਦੇ ਦਿੱਤੇ ਨਾਮ ਦੁਆਰਾ ਉਹਦੇ ਜਸ ਨੂੰ ਤਾਂ ਗਾਉਂਦਾ ਹੈ ਜੀਵ, ਪਰ ਬੇਅੰਤ ਬੇਅੰਤ ਹੀ ਕਹਿੰਦਾ ਹੈ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਇਹੀ ਆਖਿਆ, ਕਬੀਰ ਸਾਥ ਸਮੁੰਦਰ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਏ, ਧਰਤੀ ਦਾ ਕਾਗਜ਼ ਬਣਾ ਲਈਏ, ਵਾਹਿਗੁਰੂ ਦਾ ਜਸ ਲਿਖੀਏ, ਫਿਰ ਵੀ ਲਿਖਿਆ ਨਹੀਂ ਜਾਣਾ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਹਾ। हे ਪ੍ਰਭੂ ਜੀ, ਜਿਵੇਂ ਤੁਸੀਂ ਸਾਨੂੰ ਤੋਰਦੇ ਹੋ, ਜਿਵੇਂ ਚਲਾਉਂਦੇ ਹੋ, ਉਸੇ ਤਰ੍ਹਾਂ ਅਸੀਂ ਚੱਲਦੇ ਹਾਂ। ਅਸੀਂ ਹੋਰ ਆਪ ਜੀ ਦੇ ਕੀ ਗੁਣ ਜਾਣ ਸਕਦੇ ਹਾਂ? ਆਪ ਜੀ ਦੇ ਬੇਅੰਤ ਗੁਣ ਹਨ, ਸਾਰੇ ਜਾਣੇ ਨਹੀਂ ਜਾ ਸਕਦੇ। ਜੀਵ ਤੂੰ ਚਲਾਏ ਤਿਵੈ ਚੱਲੈ। ਜਿਵੇਂ ਆਪ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਚਲਾਉਂਦੇ ਹੋ, ਉਸੇ ਤਰ੍ਹਾਂ ਅਸੀਂ ਆਪ ਜੀ ਦੇ ਹੁਕਮ ਦੇ ਵਿੱਚ ਚੱਲਦੇ ਹਾਂ। ਜਿੰਨਾ ਮਾਰਗ ਪਾਵਹਿ, ਜਿਨ੍ਹਾਂ ਨੂੰ ਆਪ ਆਪਣੇ ਭਾਉ ਭਗਤੀ ਵਾਲੇ ਮਾਰਗ ਤੇ ਪਾਉਂਦੇ ਹੋ, ਉਹੀ ਪੈਂਦੇ ਹਨ ਜੀ। ਆਪਣੇ ਆਪ ਨਹੀਂ ਕੋਈ ਪੈ ਸਕਦਾ। ਸਿਮਰਨ ਕੌਣ ਕਰਦੇ? ਸਾਧ ਸੰਗਤ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ, ਜਿਨ੍ਹਾਂ ਤੋਂ ਵਾਹਿਗੁਰੂ ਆਪ ਕਰਵਾਉਂਦਾ ਉਹੀ ਕਰਦੇ ਆ। ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਚ ਮਹਾਰਾਜ ਦਾ ਬਚਨ ਹੈ, ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਇਹ ਮੱਤ ਉਹਨੂੰ ਹੀ ਪ੍ਰਾਪਤ ਹੁੰਦੀ ਹੈ, ਇਹ ਸਮਝ ਉਸੇ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਵਾਹਿਗੁਰੂ ਆਪ ਕਿਰਪਾ ਕਰਕੇ ਦਿੰਦੇ ਹਨ। ਉਹੀ ਜਾਣਦਾ ਹੈ ਇਸ ਮਾਰਗ ਨੂੰ, ਉਹੀ ਪੈਂਦਾ ਹੈ ਇਸ ਰਸਤੇ ਤੇ, ਉਹੀ ਇਸ ਮਾਰਗ ਦਾ ਪਾਂਧੀ ਬਣਦਾ ਹੈ। ਜਿਨ੍ਹਾਂ ਮਾਰਗ ਪਾਵੇ, ਜਿਨ੍ਹਾਂ ਨੂੰ ਇਸ ਮਾਰਗ ਤੇ ਆਪ ਜੀ ਪਾਉਂਦੇ ਹੋ। ਇਹ ਸੱਚਾ ਮਾਰਗ ਜੋ ਹੈ ਨਾਮ ਤੇ, ਇਹ ਨਾਮ ਵਾਲਾ, ਗਿਆਨ ਵਾਲਾ, ਭਾਵ ਭਗਤੀ ਵਾਲਾ, ਇਹ ਧਰਮ ਦਾ ਜੋ ਮਾਰਗ ਹੈ, ਇਹ ਸੱਚ ਦਾ ਜੋ ਮਾਰਗ ਹੈ। ਤੋ ਇਸ ਮਾਰਗ ਦੇ ਉੱਤੇ ਉਹੀ ਚੱਲਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਜੀ ਆਪ ਪਾਉਂਦੇ। ਜਿਨ੍ਹਾਂ ਮਾਰਗ ਪਾਵੇ ਉਹ ਫਿਰ ਇਸ ਮਾਰਗ ਦੇ ਪਾਂਧੀ ਬਣ ਜਾਂਦੇ ਹਨ, ਇਸ ਮਾਰਗ ਦੇ ਉੱਤੇ ਚੱਲਦੇ ਹਨ, ਸੇਵਾ ਤੇ ਸਿਮਰਨ ਕਰਦੇ ਹਨ। ਕਾਰ ਕਿਰਪਾ ਜਿਨ ਨਾਮ ਲਾਏ, ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਹੈ ਵਾਹਿਗੁਰੂ ਜੀ, ਜਿਨ੍ਹਾਂ ਉੱਤੇ ਆਪ ਕਿਰਪਾ ਕਰਦੇ ਹੋ ਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਹੈ ਨਾਮੀ ਪਰਮੇਸ਼ਰ ਆਪਣੇ ਨਾਮ ਦੇ ਵਿੱਚ ਲਾਉਂਦੇ ਹੋ, ਨਾਮ ਦੇ ਵਿੱਚ ਜੋੜਦੇ ਹੋ। ਸੇ ਹਰ ਹਰ ਸਦਾ ਧਿਆਵੈ, ਸੇ ਉਹ ਜੀਵ ਹਰ ਵੇਲੇ ਹੈ ਹਰ ਹਰ ਪਰਮੇਸ਼ਰ ਵਾਹਿਗੁਰੂ ਜੀ ਹਰ ਥਾਂ ਤੇ ਵਸਣ ਵਾਲੇ, ਦੁੱਖਾਂ ਦੇ ਹਾਰਕ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਆਪ ਜੀ ਨੂੰ ਧਿਆਉਂਦੇ ਹਨ। ਉਹ ਜੀ ਜਿਨ੍ਹਾਂ ਉੱਤੇ ਤੁਸੀਂ ਕਿਰਪਾ ਕਰਦੇ ਹੋ, ਉਹੀ ਆਪ ਜੀ ਦਾ ਧਿਆਨ ਧਰਦੇ ਹਨ, ਉਹੀ ਆਪ ਜੀ ਨੂੰ ਧਿਆਉਂਦੇ। ਆਪਣੇ ਜ਼ੋਰ ਦੇ ਨਾਲ ਨਹੀਂ ਕੋਈ ਇਸ ਮਾਰਗ ਤੇ ਚੱਲ ਸਕਦਾ। ਇਹ ਜ਼ੋਰ ਨਾਲ ਚੱਲਣ ਵਾਲਾ ਮਾਰਗ ਹੀ ਨਹੀਂ ਹੈ। ਆਪਣੇ ਹੱਥ ਨਾਲ ਨਹੀਂ ਕੋਈ ਚੱਲ ਸਕਦਾ, ਆਪਣੇ ਜ਼ੋਰ ਨਾਲ ਨਹੀਂ ਚੱਲ ਸਕਦਾ। ਹਾਂ, ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਦਾ ਹਰੇਕ ਦਾ ਫਰਜ਼ ਹੈ। ਬੇਨਤੀ ਕਰ ਸਕਦੇ ਹਾਂ, ਤਰਲਾ ਪਾ ਸਕਦੇ ਹਾਂ ਕਿ ਮਹਾਰਾਜ ਜੋ ਆਪ ਜੀ ਦਾ ਇਹ ਮਾਰਗ ਹੈ, ਇਸ ਮਾਰਗ ਦੇ ਉੱਤੇ ਸਾਨੂੰ ਵੀ ਚਲਾਓ। ਜਿਵੇਂ ਭੱਟ ਸਾਹਿਬਾਨਾਂ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਤਰਲਾ ਪਾਇਆ, ਆਖਿਆ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜੋ ਇਹ ਸਤ ਸੰਗਤ ਉੱਤਮ ਮਾਰਗ ਹੈ ਨਾ, ਵਾਹਿਗੁਰੂ ਪਰਮੇਸ਼ਰ ਤੀਕ ਪਹੁੰਚਣ ਦਾ ਜੋ ਉੱਤਮ ਰਸਤਾ ਹੈ ਸਤ ਸੰਗਤ, ਇਹ ਆਪਣਾ ਮਾਰਗ ਸਾਨੂੰ ਵੀ ਦਿਓ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਹਾਰਾਜ ਅਸੀਂ ਅਵਗੁਣਾਂ ਦੇ ਭਰੇ ਹੋਏ ਆ, ਇੱਕ ਵੀ ਗੁਣ ਨਹੀਂ ਹੈ ਸਾਡੇ ਵਿੱਚ। ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਖਾ ਰਹੇ ਹਾਂ। ਮਾਇਆ ਮੋਹ ਭਰਮ ਪੈ ਭੁੱਲੇ
ਮਾਇਆ ਦੇ ਮੋਹ ਵਿੱਚ ਪੈ ਕਰਕੇ, ਭੁਲੇਖੇ 'ਚ ਪੈ ਕਰਕੇ ਭੁੱਲੇ ਹੋਏ ਹਾਂ। ਭਰਮ ਕੀ ਹੁੰਦਾ ਹੈ ਸਾਧ ਸੰਗਤ ਜੀ? ਹੋਰ ਨੂੰ ਹੋਰ ਸਮਝਣਾ, ਉਹਨੂੰ ਭਰਮ ਆਖਿਆ। ਸੱਚ ਨੂੰ ਝੂਠ ਸਮਝ ਲੈਣਾ, ਝੂਠ ਨੂੰ ਸੱਚ ਸਮਝ ਲੈਣਾ, ਸਦਾ ਰਹਿਣ ਵਾਲੇ ਨੂੰ ਨਾਸਵਾਨ ਸਮਝ ਲੈਣਾ ਤੇ ਨਾਸ ਹੋਣ ਵਾਲੇ ਨੂੰ ਸਦਾ ਰਹਿਣ ਵਾਲਾ ਸਮਝ ਲੈਣਾ, ਉਹਨੂੰ ਭਰਮ ਆਖਿਆ ਹੈ। ਭੁਲੇਖਾ, ਮਾਇਆ ਦੇ ਮੋਹ ਵਿੱਚ ਪੈ ਕਰਕੇ ਭਰਮ ਵਿੱਚ ਭੁੱਲੇ ਹੋਏ ਹਾਂ ਆਪ ਜੀ ਦੇ ਸਰੂਪ ਤੋਂ, ਨਾਮ ਤੋਂ, ਸੱਚ ਤੋਂ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਸਾਡੀ ਪ੍ਰੀਤ ਪਰਿਵਾਰ ਵਿੱਚ ਹੀ ਲੱਗੀ ਹੋਈ ਹੈ। ਦਾਰਾ ਨਾਮ ਪਤਨੀ ਦਾ ਹੈ, ਸੁਤ ਨਾਮ ਪੁੱਤਰ ਦਾ ਹੈ। ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਮਹਾਰਾਜ ਅਸੀਂ ਉੱਤਮ ਪੰਥ, ਉੱਤਮ ਮਾਰਗ, ਉੱਤਮ ਰਸਤਾ ਸੁਣਿਆ ਹੈ ਕਿ ਉਹ ਆਪ ਜੀ ਦੀ ਸਤ ਸੰਗਤ ਹੈ। ਤੇ ਇਸ ਸਤ ਸੰਗਤ ਵਿੱਚ ਮਹਾਰਾਜ ਉਹੀ ਪੈਂਦੇ ਆ ਜਿਨ੍ਹਾਂ ਮਾਰਗ ਪਾਵੇ, ਜਿਨ੍ਹਾਂ ਨੂੰ ਇਸ ਮਾਰਗ ਤੇ ਆਪ ਜੀ ਪਾਉਂਦੇ। ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ। ਜਿਨ੍ਹਾਂ ਉੱਤੇ ਤੁਸੀਂ ਕਿਰਪਾ ਕਰਕੇ ਆਪਣੇ ਨਾਮ ਦੇ ਨਾਲ ਲਾਉਂਦੇ ਹੋ, ਨਾਮ ਨਾਲ ਜੋੜਦੇ ਹੋ, ਉਹੀ ਜੀਵ ਹਰ ਵੇਲੇ ਆਪ ਜੀ ਨੂੰ ਧਿਆਉਂਦੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ। ਮਹਾਰਾਜ ਕੀਰਤ ਭੱਟ ਦੀ ਇੱਕ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ। ਇੱਕ ਅਰਦਾਸ ਭਾਟ ਕੀਰਤ ਕੀ, ਕੀਰਤ ਭੱਟ ਦਾ ਨਾਮ ਹੈ। ਕੀਰਤ ਭੱਟ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹੈ, ਗੁਰ ਰਾਮਦਾਸ ਰੱਖੋ ਸਰਨਾਈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਸ਼ਰਨ ਵਿੱਚ ਰੱਖੋ ਸਾਨੂੰ, ਆਪਣੀ ਸਤ ਸੰਗਤ ਵਿੱਚ ਰੱਖੋ। ਬੇਨਤੀ ਕੀਤੀ ਜਾ ਸਕਦੀ ਗੁਰੂ ਕੇ ਚਰਨਾਂ ਵਿੱਚ। ਆਪਣੇ ਜ਼ੋਰ ਦੇ ਨਾਲ ਇਸ ਮਾਰਗ ਦੇ ਪਾਂਧੀ ਨਹੀਂ ਕੋਈ ਬਣ ਸਕਦਾ। ਇੱਥੇ ਤਾਂ ਮਹਾਰਾਜ ਕਹਿੰਦੇ ਵੀ ਜ਼ੋਰ ਸਗੋਂ ਛੱਡਣਾ ਪੈਂਦਾ। ਆਪਣੀ ਸਿਆਣਪ ਨਾਲ ਇਸ ਮਾਰਗ ਦਾ ਕੋਈ ਪਾਂਧੀ ਨਹੀਂ ਬਣ ਸਕਦਾ। ਸਿਆਣਪ ਸਗੋਂ ਗੁਰੂ ਸਾਹਿਬ ਕਹਿੰਦੇ ਛੱਡਣੀ ਪੈਂਦੀ ਹੈ। ਕਿਸੇ ਥਾਂ ਤੇ ਇੱਕ ਸਿਆਣਪ ਚਾਹੀਦੀ ਹੈ, ਪਰ ਕਿਤੇ ਸਿਆਣਪ ਨੂੰ ਛੱਡਣਾ ਵੀ ਪੈਂਦਾ ਹੈ। ਚੁਸਤ ਚਲਾਕੀ ਵੀ ਹੋਣੀ ਚਾਹੀਦੀ ਹੈ, ਪਰ ਕਿਸੇ ਥਾਂ ਤੇ ਉਹ ਵੀ ਛੱਡਣੀ ਪੈਂਦੀ ਹੈ। ਇਸੇ ਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਪਿੱਛੇ ਗਰੀਬ ਨਵਾਜ ਸਾਹਿਬ ਜੀ ਨੇ ਫਰਮਾਇਆ ਸੀ 10ਵੀਂ ਪੌੜੀ ਦੇ ਵਿੱਚ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਵੀ ਚੰਚਲ ਮਨਾ ਚਤੁਰਾਈ ਤੈਨੂੰ ਛੱਡਣੀ ਪੈਣੀ। ਤਜਹੁ ਸਿਆਣਪ ਸੁਰ ਜਨਹੁ ਸਿਮਰਹੁ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਮਹਾਰਾਜ ਨੇ ਆਖਿਆ ਆਪਣਾ ਜੋਰ, ਆਪਣੀ ਹਉਮੈ ਸਭ ਕੁਝ ਤੈਨੂੰ ਛੱਡਣਾ ਪਵੇਗਾ। ਇਸੇ ਨੂੰ ਗੁਰੂ ਸਾਹਿਬ ਨੇ ਆਖਿਆ ਮਰਨਾ ਕਬੂਲ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਸਾਰਿਆਂ ਦੀ ਚਰਨ ਧੂੜੀ ਬਣ, ਭਾਵ ਨੀਵਾਂ ਹੋ। ਤੇ ਨੀਵਾਂ ਬੰਦਾ ਤਾਂ ਹੀ ਹੋ ਸਕਦਾ ਜੇ ਹਉਮੈ ਨੂੰ ਛੱਡੇ, ਜੇ ਹੰਕਾਰ ਨੂੰ ਛੱਡੇ। ਹਉਮੈ ਤਾਂ ਨੀਵਾਂ ਹੋਣ ਨਹੀਂ ਦਿੰਦੀ। ਹਉਮੈ ਤਾਂ ਕਹਿੰਦੀ ਆ ਬਾਕੀ ਸਾਰੇ ਤੇਰੇ ਤੋਂ ਨੀਵੇਂ ਆ, ਤੂੰ ਸਭ ਤੋਂ ਉੱਚਾ। ਬਾਕੀ ਸਾਰੇ ਤੇਰੇ ਤੋਂ ਥੱਲੇ ਆ, ਤੂੰ ਗਿਆਨ ਵਿੱਚ ਸਭ ਤੋਂ ਅੱਗੇ। ਬਾਕੀ ਸਾਰੇ ਸਮਝ ਤੋਂ ਤੇਰੇ ਤੋਂ ਥੱਲੇ ਆ, ਤੂੰ ਸਭ ਤੋਂ ਉੱਚਾ। ਹਉਮੈ ਤਾਂ ਨੀਵਾਂ ਨਹੀਂ ਹੋਣ ਦਿੰਦੀ, ਪਰ ਗੁਰੂ ਸਾਹਿਬ ਕਹਿੰਦੇ ਨੀਵਾਂ ਹੋ। ਇਹਦਾ ਭਾਵ ਹਉਮੈ ਛੱਡ, ਹੰਕਾਰ ਛੱਡ। ਇਸੇ ਨੂੰ ਗੁਰੂ ਸਾਹਿਬ ਜੀ ਨੇ ਆਖਿਆ ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਸਿਰ ਧਰ ਤਲੀ ਗਲੀ ਮੇਰੀ ਆਓ। ਮੇਰੀ ਗਲੀ ਵਿੱਚ ਆਉਣਾ ਤੇ ਹੰਕਾਰ ਰੂਪੀ ਸਿਰ ਜਿਹੜਾ ਇਹ ਤਲੀ ਤੇ ਰੱਖ, ਹੰਕਾਰ ਨੂੰ ਵੱਢ ਗਿਆ। ਇਤ ਮਾਰਗ ਪੈਰ ਧਰੀਜੈ
ਸਿਰ ਦੀਜੈ ਕਾਣ ਨਾ ਕੀਜੈ। ਤਾਂ ਗਰੀਬ ਨਵਾਜ ਸਾਹਿਬ ਕਹਿੰਦੇ ਹਨ ਕਿ ਮਹਾਰਾਜ ਜਿਵੇਂ ਤੁਸੀਂ ਚਲਾਉਂਦੇ ਹੋ ਉਸੇ ਤਰ੍ਹਾਂ ਅਸੀਂ ਚੱਲਦੇ ਹਾਂ। ਜਿਨ੍ਹਾਂ ਤੇ ਆਪ ਕਿਰਪਾ ਕਰਦੇ ਹੋ, ਜਿਨ੍ਹਾਂ ਨੂੰ ਨਾਮ ਵਿੱਚ ਲਾਉਂਦੇ ਹੋ, ਉਹੀ ਸਦਾ ਆਪ ਜੀ ਦੇ ਨਾਮ ਨੂੰ ਧਿਆਉਂਦੇ ਹੋ। ਜਪਜੀ ਸਾਹਿਬ ਦੀ 33ਵੀਂ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਆਪਣਾ ਜ਼ੋਰ ਜਿਹੜਾ ਉਹ ਤਿਆਗਣਾ ਪਵੇਗਾ। ਤੇ ਆਪਣੇ ਜ਼ੋਰ ਦੇ ਨਾਲ ਕੁਝ ਹੋ ਨਹੀਂ ਸਕਦਾ। ਹਾਂ, ਉਦਮ ਕਰਨ ਵਾਸਤੇ ਆਖਿਆ ਹੈ, ਪਰ ਉਦਮ ਦੇ ਨਾਲ ਮਹਾਰਾਜ ਨੇ ਆਖਿਆ ਹਉਮੈ ਛੱਡ ਕੇ ਉਦਮ ਕਰ। ਅਰਦਾਸ ਕਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਅਰਦਾਸ ਨੂੰ ਛੱਡ ਕੇ ਤੇ ਫਿਰ ਕੱਲਾ ਜ਼ੋਰ ਵਰਤੇਗਾ, ਫਿਰ ਨਹੀਂ ਗੱਲ ਬਣਦੀ। ਅਰਦਾਸ ਕਰ, ਹਉਮੈ ਛੱਡ, ਉਦਮ ਕਰ, ਪਰ ਜ਼ੋਰ ਨਹੀਂ। 33ਵੀਂ ਪੌੜੀ ਜੋ ਜਪਜੀ ਸਾਹਿਬ ਦੀ ਹੈ ਉਹਦੇ ਚ ਮਹਾਰਾਜ ਕਹਿੰਦੇ ਵੀ ਜ਼ੋਰ ਨਾਲ ਤੇ ਆਖਣਾ ਵੀ ਨਹੀਂ ਹੋ ਸਕਦਾ ਤੇ ਜ਼ੋਰ ਨਾਲ ਤੇ ਚੁੱਪ ਵੀ ਨਹੀਂ ਹੋ ਸਕਦਾ। ਜੇ ਕੋਈ ਆਖੇ ਵੀ ਮੈਂ ਆਪਣੇ ਜ਼ੋਰ ਦੇ ਨਾਲ ਕੁਝ ਕਹਿ ਸਕਦਾ ਹਾਂ, ਜ਼ੋਰ ਨਾਲ ਕੁਝ ਆਖ ਵੀ ਨਹੀਂ ਸਕਦਾ। ਜੇ ਆਖੇ ਆਪਣੇ ਜ਼ੋਰ ਦੇ ਨਾਲ ਮੈਂ ਚੁੱਪ ਰਹਿ ਸਕਦਾ, ਮਹਾਰਾਜ ਕਹਿੰਦੇ ਚੁੱਪ ਵੀ ਨਹੀਂ ਰਹਿ ਸਕਦਾ ਆਪਣੇ ਜ਼ੋਰ ਨਾਲ। ਕੋਈ ਰਹਿ ਕੇ ਵੇਖੇ। ਆਖਣ ਜ਼ੋਰ ਚੁੱਪੈ ਨਹਿ ਜ਼ੋਰ। ਫਿਰ ਗਰੀਬ ਨਵਾਜ ਨੇ ਆਖਿਆ ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਮੰਗਣ ਵਿੱਚ ਵੀ ਜ਼ੋਰ ਨਹੀਂ ਚੱਲਦਾ ਤੇ ਦੇਣ ਵਿੱਚ ਵੀ ਜ਼ੋਰ ਨਹੀਂ ਚੱਲਦਾ। ਨਾ ਜ਼ੋਰ ਨਾਲ ਕੁਝ ਮੰਗ ਸਕਦਾ ਹੈ ਤੇ ਨਾ ਜ਼ੋਰ ਦੇ ਨਾਲ ਕਿਸੇ ਨੂੰ ਆਪਣੇ ਕੋਲੋਂ ਕੁਝ ਦੇ ਹੀ ਸਕਦਾ। ਇਹ ਵੱਡੀ ਗੱਲ ਕੀਤੀ ਮਹਾਰਾਜ ਸਾਹਿਬ ਜੀ ਨੇ। ਆਪਣੇ ਜ਼ੋਰ ਦੇ ਨਾਲ ਕੁਝ ਮੰਗਿਆ ਨਹੀਂ ਜਾ ਸਕਦਾ, ਆਪਣੇ ਜ਼ੋਰ ਦੇ ਨਾਲ ਕੁਝ ਦਿੱਤਾ ਨਹੀਂ ਜਾ ਸਕਦਾ। ਫਿਰ ਅੱਗੇ ਮਹਾਰਾਜ ਕਹਿੰਦੇ ਜ਼ੋਰ ਨਾ ਜੀਵਨ, ਮਰਨ ਨਹਿ ਜ਼ੋਰ। ਜੀਵਨ ਵਿੱਚ ਵੀ ਜ਼ੋਰ ਨਹੀਂ ਆਪਣਾ ਚੱਲਦਾ। ਆਪਣੇ ਜ਼ੋਰ ਨਾਲ ਕੋਈ ਜਿਉਂਦਾ ਵੀ ਨਹੀਂ ਰਹਿ ਸਕਦਾ ਤੇ ਆਪਣੇ ਜ਼ੋਰ ਨਾਲ ਕੋਈ ਮਰ ਵੀ ਨਹੀਂ ਸਕਦਾ। ਜ਼ੋਰ ਨਾ ਜੀਵਨ, ਮਰਨ ਨਹਿ ਜ਼ੋਰ। ਜੇ ਕੋਈ ਆਪਣੇ ਜ਼ੋਰ ਦੇ ਨਾਲ ਆਖੇ ਵੀ ਮੈਂ ਜ਼ੋਰ ਦੇ ਨਾਲ ਜਿਉਂਦਾ ਰਹਿਣਾ ਹੈ ਤੇ ਫਿਰ ਤਾਂ ਸਾਰਾ ਸੰਸਾਰ ਹੀ ਜ਼ੋਰ ਨਾਲ ਜਿਉਂਦਾ ਰਹਿ ਪਵੇ। ਕਿਹਦਾ ਮਰਨ ਨੂੰ ਜੀ ਕਰਦਾ? ਪਰ ਜ਼ੋਰ ਨਹੀਂ ਚੱਲਦਾ ਮੌਤ ਦੇ ਅੱਗੇ, ਤੇ ਮੌਤ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਆਉਂਦੀ ਹੈ। ਵਾਹਿਗੁਰੂ ਦੇ ਹੁਕਮ ਤੋਂ ਬਾਹਰ ਤਾਂ ਨਹੀਂ ਹੈ ਮੌਤ। ਜ਼ੋਰ ਵਰਤਿਆ ਸੀ ਹਰਨਾਕਸ਼ ਨੇ, ਤਪ ਕੀਤਾ ਸੀ ਪਹਿਲਾਂ ਤੇ ਤਪ ਕਰਕੇ ਤੇ ਫਿਰ ਉਹ ਆਪਣੀ ਸਿਆਣਪ ਨਾ ਛੱਡੀ, ਹਉਮੈ ਨਾ ਛੱਡੀ, ਵਰਦਾਨ ਪ੍ਰਾਪਤ ਕੀਤਾ ਵੀ ਮੈਨੂੰ 8 ਵਰਦਾਨ ਦਿਓ ਜੀ। ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ 'ਚ ਮਰਾਂ, ਤੇ ਨਾ ਕਿਸੇ ਹਥਿਆਰ ਤੋਂ ਮਰਾਂ, ਤੇ ਨਾ 84 ਲੱਖ ਜੂਨ 'ਚੋਂ ਕੋਈ ਮੈਨੂੰ ਮਾਰ ਸਕੇ। ਕੋਈ ਮਨੁੱਖ, ਕੋਈ ਪਸ਼ੂ, ਕੋਈ ਪੰਛੀ, 84 ਲੱਖ ਜੂਨ ਵਿੱਚੋਂ ਵੀ ਕੋਈ ਨਾ ਮੈਨੂੰ ਮਾਰ ਸਕੇ। ਇਹ 8 ਵਰਦਾਨ ਲਏ ਸੀ ਹਰਨਾਕਸ਼ ਨੇ। ਤੇ ਫਿਰ ਉਹਨੇ ਖਿਆਲ ਕੀਤਾ ਵੀ ਹੁਣ ਮਰਦੇ ਤੇ ਇਸ ਤਰ੍ਹਾਂ ਹੀ ਆ, ਜਿਹੜਾ ਵੀ ਕੋਈ ਮਰਦਾ ਹੈ ਜਾਂ ਤੇ ਅੰਦਰ ਮਰੇਗਾ ਤੇ ਜਾਂ ਬਾਹਰ ਮਰੇਗਾ, ਤੇ ਜਾਂ ਧਰਤੀ ਤੇ ਕੋਈ ਮਰਦਾ ਤੇ ਜਾਂ ਆਕਾਸ਼ ਵਿੱਚ ਉੱਪਰ, ਜਾਂ ਕੋਈ ਦਿਨੇ ਮਰਦਾ ਜਾਂ ਕਿਸੇ ਦੀ ਰਾਤ ਮੌਤ ਹੁੰਦੀ, ਤੇ ਜਾਂ ਕੋਈ ਮਨੁੱਖ ਮਾਰ ਦਿੰਦਾ ਕਿਸੇ ਨੂੰ, ਜਾਂ ਕਿਸੇ ਸ਼ਸਤਰ ਨਾਲ, ਹਥਿਆਰ ਨਾਲ, ਜਾਂ ਕੋਈ ਹੋਰ ਸ਼ੇਰ ਆਦਿਕ। ਹੁਣ ਮੈਂ ਤਾਂ ਕਿਸੇ ਤਰ੍ਹਾਂ ਮਰਨਾ ਹੀ ਨਹੀਂ ਹੈ, ਤੇ ਜਿਹੜਾ ਮਰਦਾ ਨਹੀਂ ਉਹ ਪਰਮੇਸ਼ਰ ਹੈ। ਵੀ ਪਰਮੇਸ਼ਰ ਨੂੰ ਆਖਿਆ ਉਹ ਅਵਿਨਾਸ਼ੀ ਹੈ, ਉਹ ਅਮਰ ਹੈ, ਉਹ ਸਦਾ ਸਲਾਮਤ ਹੈ। ਇਸ ਕਰਕੇ ਮੈਂ ਤਾਂ ਮਰਨਾ ਨਹੀਂ, ਤੇ ਫਿਰ ਰੱਬ ਮੈਂ ਹੀ ਹੋਇਆ ਨਾ। ਉਹਨੂੰ ਭਰਮ ਪੈ ਗਿਆ, ਹਰਨਾਕਸ਼ ਨੂੰ ਭੁਲੇਖਾ ਪੈ ਗਿਆ। ਮੁਲਤਾਨ ਦਾ ਰਾਜਾ ਸੀ, ਫਿਰ ਲੋਕਾਂ ਤੋਂ ਆਪਣਾ ਨਾਮ ਜਪਾਉਣ ਲੱਗ ਪਿਆ।
ਸਕੂਲਾਂ ਦੇ ਵਿੱਚ, ਉਦੋਂ ਪਾਠਸ਼ਾਲਾ ਕਹਿੰਦੇ ਸੀ ਸਕੂਲਾਂ ਨੂੰ, ਪਾਠਸ਼ਾਲਾ ਦੇ ਵਿੱਚ ਵੀ ਆਪਣੇ ਨਾਮ ਤੋਂ ਹੀ ਸਕੂਲ ਦੀ ਆਰੰਭਤਾ ਕਰਵਾਉਂਦਾ ਸੀ। ਕਹਿੰਦਾ ਇਹ ਪਹਿਲੋਂ ਮੇਰੇ ਨਾਮ ਦਾ ਜਾਪ ਕਰਾਓ, ਆਖੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈ ਵੀ ਹਰਨਾਕਸ਼ ਹੋਸੀ ਵੀ ਹਰਨਾਕਸ਼। ਉਹ ਡਰਦੇ ਮਾਰੇ ਫਿਰ ਕਹਿੰਦੇ ਕਹਾਉਂਦੇ ਸੀ, ਸਾਰੇ ਲੋਕ ਵੀ ਡਰਦੇ ਉਹਦਾ ਨਾਮ ਲੈਂਦੇ ਸੀ ਕਿ ਨਹੀਂ ਤੇ ਮਾਰੂਗਾ, ਰਾਜਾ ਹੈ। ਫਿਰ ਪਰਮੇਸ਼ਰ ਬੜਾ ਬੇਅੰਤ ਹੈ, ਉਸਨੇ ਹਰਨਾਕਸ਼ ਦੇ ਘਰ ਵਿੱਚ ਹੀ ਆਪਣਾ ਭਗਤ ਪੈਦਾ ਕਰ ਦਿੱਤਾ, ਪ੍ਰਹਿਲਾਦ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਜਿਵੇਂ ਕਲਰ ਦੇ ਵਿੱਚ ਕਮਲ ਫੁੱਲ ਪੈਦਾ ਹੁੰਦਾ ਹੈ, ਇੰਜ ਹਰਨਾਕਸ਼ ਦੁਸ਼ਟ ਦੇ ਘਰੇ ਭਗਤ ਪ੍ਰਹਿਲਾਦ ਪਰਮੇਸ਼ਰ ਨੇ ਪੈਦਾ ਕੀਤਾ। ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ। ਪੜਨ ਪਠਾਇਆ 4 ਸਾਲ, ਪਾਂਦੇ ਚਿੱਤ ਹੋਆ ਅਹਿਲਾਦ। ਸਿਮਰੈ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਹਦ ਨਾਦ। ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਬਿਸਮਾਦ। ਰਾਜੇ ਪਾਸ ਰੂ ਆਇਆ, ਦੋਖੀ ਦੈਂਤ ਵਧਾਇਆ ਵਾਸ। ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ। ਕੱਢ ਖੜਗ ਸੱਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪਿਆ ਨੂਪਿਆ ਨਾਦ। ਬੇਮੁਖ ਪਕੜ ਪਛਾੜਿਆ, ਸੰਤ ਸਹਾਈ ਆਦ ਜੁਗਾਦ। ਜੈ ਜੈਕਾਰ ਕਰਨ ਬ੍ਰਹਮਾਦ। ਬਾਕੀਆਂ ਤੋਂ ਆਪਣਾ ਨਾਮ ਜਪਾਉਂਦਾ ਸੀ, ਤੇ ਘਰੇ ਜੋ ਪੁੱਤਰ ਪੈਦਾ ਹੋਇਆ ਉਹੀ ਨਹੀਂ ਜਪਦਾ, ਉਹ ਰਾਮ ਰਾਮ ਜਪਦਾ, ਪਰਮੇਸ਼ਰ ਦਾ ਨਾਮ ਜਪਦਾ। ਬੜਾ ਯਤਨ ਕੀਤਾ, ਭੁੱਖਾ ਧਿਆਇਆ ਵੀ ਰੱਖਿਆ ਪ੍ਰਹਿਲਾਦ ਨੂੰ, ਕੋਠੇ ਵਿੱਚ ਵੀ ਰੱਖਿਆ, ਬਾਹਰੋਂ ਤਾਲਾ ਵੀ ਲਾ ਦਿੱਤਾ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ। ਨਿਰਭਉ ਬਾਲਕ ਮੂਲ ਨਾ ਡਰੇ, ਮੇਰੇ ਅੰਤਰ ਗੁਰ ਗੋਪਾਲਾ। ਦਰਖਤ ਤੋਂ ਹੇਠਾਂ ਵੀ ਸੁੱਟਿਆ, ਪਹਾੜ ਤੋਂ ਹੇਠਾਂ ਵੀ ਸੁੱਟਿਆ। ਪਾਣੀ 'ਚ ਡੋਬਣ ਦਾ ਯਤਨ ਕੀਤਾ, ਅੱਗ 'ਚ ਸਾੜਨ ਦਾ ਯਤਨ ਕੀਤਾ। ਜਲ ਅਗਨੀ ਵਿੱਚ ਘੱਤਿਆ, ਜਲੇ ਨਾ ਡੁੱਬੈ ਗੁਰ ਪ੍ਰਸਾਦ। ਪਰ ਪਰਮੇਸ਼ਰ ਦੀ ਸ਼ਕਤੀ ਵਰਤਦੀ ਹੈ, ਪ੍ਰਹਿਲਾਦ ਦੀ ਰੱਖਿਆ ਹੁੰਦੀ। ਭੇਜਿਆ ਹੀ ਤਾਂ ਸੀ ਪ੍ਰਭੂ ਨੇ ਭਗਤ, ਹਰਨਾਕਸ਼ ਦਾ ਮਾਣ ਤੋੜਨ ਵਾਸਤੇ। ਆਖਰਕਾਰ ਜਦੋਂ ਤਲਵਾਰ ਕੱਢੀ ਇਹਨੇ, ਤੇ ਕਹਿੰਦਾ ਦੱਸ ਕਿੱਥੇ ਹੈ ਤੇਰਾ ਰਾਮ, ਕਿੱਥੇ ਹੈ ਤੇਰਾ ਭਗਵਾਨ। ਪ੍ਰਹਿਲਾਦ ਨੇ ਆਖਿਆ, ਉਹ ਤਾਂ ਘਟ ਘਟ ਵਿੱਚ ਵਸਦਾ ਸਭ ਥਾਵਾਂ ਤੇ। ਹੁਣੇ ਮੈਂ ਤੇਰਾ ਸੀਸ ਧੜ ਤੋਂ ਵੱਖਰਾ ਕਰ ਦੇਵਾਂਗਾ, ਬੁਲਾ ਲਾ ਆਪਣੇ ਭਗਵਾਨ ਨੂੰ। ਫਿਰ ਉਸ ਵੇਲੇ ਥੰਮ ਪਾੜ ਪ੍ਰਗਟਿਆ, ਜਿਵੇਂ ਬੱਦਲ ਗੱਜਦਾ, ਗੜਗੜਾਹਟ ਦੀ ਆਵਾਜ਼ ਹੋਈ। ਥੰਮ ਪਾਟਾ, ਥੰਮ ਦੇ ਵਿੱਚੋਂ ਫਿਰ ਪ੍ਰਗਟ ਕੀਤਾ ਆਪਣਾ ਸਰੂਪ, ਨਰਸਿੰਘ ਸਰੂਪ। ਅੱਧਾ ਸਰੀਰ ਦਾ ਹਿੱਸਾ ਮਨੁੱਖ ਦਾ ਹੈ, ਤੇ ਅੱਧਾ ਉੱਪਰਲਾ ਜਿਹੜਾ ਹੈ ਉਹ ਸ਼ੇਰ ਦਾ ਹੈ। ਪੰਜੇ ਸ਼ੇਰ ਦੇ, ਨੌਂਦਰਾਂ ਸ਼ੇਰ ਵਾਲੀਆਂ, ਚਿਹਰਾ ਸ਼ੇਰ ਵਾਲਾ, ਬਾਕੀ ਸਾਰਾ ਜਿਹੜਾ ਮਨੁੱਖ ਦਾ ਸਰੂਪ ਹੈ। ਇਹੋ ਜਿਹਾ ਰੂਪ ਪ੍ਰਗਟ ਕੀਤਾ, ਨਰਸਿੰਘ ਰੂਪ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ 'ਚ ਪਵਿੱਤਰ ਪੰਕਤੀਆਂ ਲਿਖੀਆਂ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ। ਪ੍ਰਭੂ ਨੇ ਥੰਮ ਵਿੱਚੋਂ ਪ੍ਰਗਟ ਹੋ ਕੇ ਆਪਣੇ ਸਰੂਪ ਦਾ ਵਿਸਥਾਰ ਕੀਤਾ। ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ, ਹਰਨਾਕਸ਼ ਛੇਦਿਓ ਨਖ ਬਿਦਾਰ। ਓਏ ਪਰਮ ਪੁਰਖ ਦੇ ਵਾਦ ਦੇਵ, ਭਗਤ ਹੇਤ ਨਰਸਿੰਘ ਪੇ। ਭਗਤ ਦੀ ਰੱਖਿਆ ਵਾਸਤੇ ਨਰਸਿੰਘ ਰੂਪ ਧਾਰਨ ਕੀਤਾ। ਹਰਨਾਕਸ਼ ਨੂੰ ਫੜ ਲਿਆ, ਕਦੀ ਫੜ ਲੈਂਦੇ ਕਦੀ ਛੱਡ ਦਿੰਦੇ। ਜਦੋਂ ਅੱਧਾ ਕੁ ਸੂਰਜ ਛਿਪ ਗਿਆ, ਫਿਰ ਫੜ ਕੇ ਹਰਨਾਕਸ਼ ਨੂੰ ਤੇ ਦਲੀਜਾਂ ਵਿੱਚ ਰੱਖ ਲਿਆ, ਜਿੱਥੇ ਦਰਵਾਜ਼ਾ ਮਹਿਲ ਦਾ, ਉੱਥੇ ਆਪਣੇ ਗੋਡਿਆਂ ਤੇ ਟਿਕਾ ਲਿਆ। ਤੇ ਨਾ ਤੇ ਥੱਲੇ ਲੱਗਣ ਦਿੱਤਾ ਹੈ, ਤੇ ਨਾ ਅੰਦਰ ਤੇ ਨਾ ਬਾਹਰ, ਵਿਚਕਾਰ ਹੈ, ਤੇ ਗੋਡਿਆਂ ਦੇ ਉੱਤੇ ਰੱਖਿਆ ਹੋਇਆ। ਕਹਿੰਦੇ 10 ਹਰਨਾਕਸ਼, ਹੁਣ ਦਿਨ ਹੈ ਕਿ ਰਾਤ। ਕਹਿੰਦਾ ਮਹਾਰਾਜ ਨਾ ਦਿਨ ਨਾ ਰਾਤ, ਵਿਚਕਾਰਲਾ ਸਮਾਂ ਸੀ ਸ਼ਾਮ ਦਾ, ਜਿਹਨੂੰ ਸੰਧਿਆ ਵੇਲਾ ਆਖਿਆ। ਨਾ ਦਿਨ ਨਾ ਰਾਤ। ਕਹਿੰਦੇ ਵੀ ਹੁਣ 10 ਅੰਦਰ ਹੈ ਕਿ ਬਾਹਰ, ਵਿਚਕਾਰ ਰੱਖਿਆ ਸੀ ਦਰਵਾਜ਼ੇ ਦੇ, ਨਾ ਅੰਦਰ ਤੇ ਨਾ ਬਾਹਰ। ਕਹਿੰਦੇ 10 ਹੁਣ ਧਰਤੀ ਤੇ ਹੈ ਕਿ ਆਕਾਸ਼ ਤੇ, ਨਾ ਮਹਾਰਾਜ ਧਰਤੀ ਤੇ ਨਾ ਆਕਾਸ਼ ਤੇ। 6 ਵਾਰ ਪੂਰੇ ਹੋ ਗਏ। ਤੇ ਫਿਰ ਕਹਿਣ ਲੱਗੇ ਵੀ ਮੇਰੇ ਵੱਲੇ ਵੇਖ, ਮੈਂ ਮਨੁੱਖ ਹਾਂ ਜਾਂ 84 ਲੱਖ ਜੂਨ ਦੇ ਵਿੱਚੋਂ ਹਾਂ। ਕਹਿੰਦੇ ਜੀ 84 ਲੱਖ ਜੂਨ ਤੇ ਹੋਈ ਜੀ, ਤਾਂ ਜੂਨ ਹੀ ਕੋਈ ਨਹੀਂ ਹੈਗੀ। 7ਵਾਂ ਵਾਰ ਵੀ ਪੂਰਾ ਹੋ ਗਿਆ। ਇਹਨੇ ਆਖਿਆ ਸੀ 84 ਲੱਖ ਜੂਨ ਚੋਂ ਮੈਨੂੰ ਕੋਈ ਨਾ ਮਾਰ ਸਕੇ,
ਮੈਨੂੰ ਮਨੁੱਖ ਨਾ ਮਾਰ ਸਕੇ। ਫਿਰ 8ਵਾਂ ਸੀ ਵੀ ਮੈਂ ਕਿਸੇ ਹਥਿਆਰ ਨਾਲ ਨਾ ਮਰਾਂ, ਕਿਸੇ ਸ਼ਸਤਰ ਨਾਲ ਨਾ ਮਰਾਂ। ਫਿਰ ਆਪਣਾ ਪੰਜਾ ਵਿਖਾਇਆ ਨੌਂਦਰਾਂ, 9 ਵਿਖਾ ਕੇ ਕਹਿਣ ਲੱਗੇ ਵੇਖ ਆ 9 ਨੂੰ ਹਥਿਆਰ ਤੇ ਨਹੀਂ ਨਾ ਆਖੀਦਾ, ਇਹਨਾਂ ਨੂੰ ਸ਼ਸਤਰ ਤਾਂ ਨਹੀਂ ਆਖੀਦਾ। ਕਹਿਣ ਲੱਗੇ ਨਹੀਂ 9 ਤਾਂ ਕੋਈ ਹਥਿਆਰ ਨਹੀਂ। ਉਸੇ ਵੇਲੇ ਕਹਿੰਦੇ ਤੇ 8ਵਾਂ ਵਾਰ ਵੀ ਪੂਰਾ ਹੋ ਗਿਆ। 8 ਵਾਰ ਲਏ ਸੀ ਨਾ ਤੂੰ, 8 ਤੇਰੇ ਪੂਰੇ ਹੋ ਗਏ। ਪੰਜਾ ਮਾਰਿਆ, ਉਸੇ ਵੇਲੇ ਅੰਦਰਾਂ ਬਾਹਰ ਕੱਢ ਦਿੱਤੀਆਂ ਪੰਜਾ ਮਾਰ ਕੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਦੀ ਰੱਖਿਆ ਕੀਤੀ। ਕਹਿਣ ਤੋਂ ਭਾਵ ਇਹ ਕਿ ਕਿੰਨੀ ਵੀ ਇਨਸਾਨ ਆਪਣੀ ਸਿਆਣਪ ਵਰਤ ਲਵੇ, ਸਿਆਣਪ ਤਾਂ ਮੌਤ ਦੇ ਅੱਗੇ ਨਹੀਂ ਚੱਲਦੀ ਹੈ, ਰੱਬ ਦੇ ਅੱਗੇ ਕਿੱਥੇ ਚੱਲ ਜਾਵੇ। ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਪਣੇ ਜ਼ੋਰ ਦੇ ਨਾਲ ਕੋਈ ਜੀਵਨ ਵੀ ਨਹੀਂ ਆਪਣਾ ਰੱਖ ਸਕਦਾ ਹੈ। ਜ਼ੋਰ ਨਾ ਜੀਵਨ, ਮਰਨ ਨਾ ਹੈ ਜ਼ੋਰ। ਤੇ ਮਰਨ ਦੇ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ। ਜੇ ਕੋਈ ਆਖੇ ਮੈਂ ਆਪਣੇ ਜ਼ੋਰ ਦੇ ਨਾਲ ਕਿਸੇ ਨੂੰ ਮਾਰ ਦੇਵਾਂਗਾ, ਜਿੰਨਾ ਚਿਰ ਪਰਮੇਸ਼ਰ ਦਾ ਹੁਕਮ ਨਹੀਂ ਹੈ ਨਾ, ਉਹਨਾਂ ਚਿਰ ਕਿਸੇ ਨੂੰ ਕੋਈ ਮਾਰ ਵੀ ਨਹੀਂ ਸਕਦਾ। ਸਹਿਸਕ੍ਰਿਤੀ ਦੇ ਵਿੱਚ 5ਵੇਂ ਪਾਤਸ਼ਾਹ ਦਾ ਬਚਨ ਆਉਂਦਾ ਹੈ, ਇੱਕ ਹਿਰਨੀ ਨੂੰ ਸ਼ਿਕਾਰੀ ਮਾਰਨ ਲੱਗਾ ਸੀ। ਉਸ ਵੇਲੇ ਉਹ ਹਿਰਨੀ ਆਪਣਾ ਬੱਚਾ ਪੈਦਾ ਕਰ ਰਹੀ ਸੀ। ਸ਼ਿਕਾਰੀ ਨੇ ਇੱਕ ਪਾਸੇ ਅੱਗ ਬਾਲ ਦਿੱਤੀ, ਇੱਕ ਪਾਸੇ ਜਾਲ ਲਾ ਦਿੱਤਾ, ਇੱਕ ਪਾਸੇ ਉਸ ਨੇ ਆਪਣਾ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਇੱਕ ਪਾਸੇ ਆਪ ਤੀਰ ਲੈ ਕੇ ਸਿੰਨ ਕੇ ਖਲੋ ਗਿਆ। ਚਾਰੇ ਪਾਸੇ ਜਿਹੜੇ ਸੀ ਉਹ ਬੰਦ ਕਰ ਦਿੱਤੇ, ਚਾਰੇ ਰਸਤੇ। ਤੇ ਉਸ ਵੇਲੇ ਉਹ ਹਿਰਨੀ ਦੀ ਪੁਕਾਰ ਪਰਮੇਸ਼ਰ ਦੇ ਦਰ ਤੇ ਪਹੁੰਚੀ ਕਿ ਹੇ ਵਾਹਿਗੁਰੂ ਮੇਰੀ ਰੱਖਿਆ ਕਰ, ਬਚਾ ਮੈਨੂੰ। ਸਹਿਸਕ੍ਰਿਤੀ ਸ਼ਲੋਕਾਂ ਚ ਮਹਾਰਾਜ ਦਾ ਬਚਨ ਗੁਰੂ ਅਰਜਨ ਸਾਹਿਬ ਜੀ ਦਾ। ਉਸੇ ਵੇਲੇ ਵਾਹਿਗੁਰੂ ਦਾ ਹੁਕਮ ਹੋਇਆ ਤੇ ਸੱਪ ਨਿਕਲਿਆ, ਸ਼ਿਕਾਰੀ ਦੇ ਡੰਗ ਮਾਰਿਆ। ਉਹ ਜਿੱਥੇ ਹਿਰਨੀ ਨੂੰ ਮਾਰਨ ਲੱਗਾ ਸੀ ਤੀਰ, ਜਦੋਂ ਡੰਗ ਵੱਜਾ ਨਾ ਪੈਰ ਤੇ ਹੱਥ ਕੰਬ ਗਿਆ ਤੇ ਉਹ ਨਿਸ਼ਾਨਾ ਜਿਹੜਾ ਸੀ ਆਪਣੇ ਸ਼ਿਕਾਰੀ ਕੁੱਤਾ ਜਿਹੜਾ ਸਾਹਮਣੇ ਖਿਲਾਰਿਆ ਸੀ ਉਹਦੇ ਜਾ ਕੇ ਵੱਜਾ। ਸ਼ਿਕਾਰੀ ਵੀ ਸੱਪ ਡੰਗਣ ਨਾਲ ਮਰ ਗਿਆ ਤੇ ਤੀਰ ਵੱਜਣ ਨਾਲ ਉਹਦਾ ਕੁੱਤਾ ਵੀ ਮਰ ਗਿਆ। ਹਵਾ ਪਰਮੇਸ਼ਰ ਨੇ ਐਸੀ ਚਲਾਈ ਕਿ ਜਿਹੜੇ ਪਾਸੇ ਉਹਨੇ ਜਾਲ ਲਾਇਆ ਹੋਇਆ ਸੀ ਉਹ ਅੱਗ ਉਧਰਲੇ ਬੰਨੇ ਚਲੀ ਗਈ ਤੇ ਉਹ ਜਾਲ ਵੀ ਸੜ ਕੇ ਸਵਾਹ ਹੋ ਗਿਆ। 3 ਰਸਤੇ ਖੁੱਲ ਗਏ, ਚੌਥਾ ਕੱਲੀ ਅੱਗ ਰਹਿ ਗਈ। ਮੀਂਹ ਉਸੇ ਵੇਲੇ ਵਾਹਿਗੁਰੂ ਦੇ ਹੁਕਮ ਵਿੱਚ ਪਿਆ ਤੇ ਉਹ ਅੱਗ ਵੀ ਬੁਝ ਗਈ। ਹੁਣੇ ਹੀ ਚਾਰੇ ਰਸਤੇ ਬੰਦ ਸੀ, ਹੁਣੇ ਹੀ ਚਾਰੇ ਰਸਤੇ ਖੋਲ ਦਿੱਤੇ ਪਰਮੇਸ਼ਰ ਨੇ। ਉਹ 5ਵੇਂ ਪਾਤਸ਼ਾਹ ਦਾ ਬਚਨ ਹੈ। ਮਾਰੇ ਕਹਿੰਦੇ ਮ੍ਰਿਗੀ ਪੇਖੰਤ ਬੱਧਿਕ, ਹਿਰਨੀ ਨੂੰ ਵੇਖਿਆ ਸ਼ਿਕਾਰੀ ਨੇ ਤਾਂ ਤੀਰ ਸਿੰਨਿਆ। ਮ੍ਰਿਗੀ ਪੇਖੰਤ ਬੱਧਿਕ ਪ੍ਰਹਾਰੇਣ ਲਾਖਿਆ ਆਵਦਾ ਹੈ, ਅਹੋ ਜਾਸਿਆ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਿਆ ਤੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੀ ਜਿਹਦੀ ਰੱਖਿਆ ਵਾਹਿਗੁਰੂ ਗੋਪਾਲ ਕਰਦਾ, ਉਹਦਾ ਕੋਈ ਰੋਮ ਵੀ ਨਹੀਂ ਵਿੰਗਾ ਕਰ ਸਕਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਪਰ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਕੋਈ ਆਪਣੇ ਜ਼ੋਰ ਨਾਲ ਕਿਸੇ ਨੂੰ ਮਾਰ ਨਹੀਂ ਸਕਦਾ ਤੇ ਆਪਣੇ ਜ਼ੋਰ ਦੇ ਨਾਲ ਕੋਈ ਬਚ ਵੀ ਨਹੀਂ ਸਕਦਾ। ਜ਼ੋਰ ਨਾ ਜੀਵਨ, ਮਰਨ ਨਾ ਹੈ ਜ਼ੋਰ। ਜ਼ੋਰ ਨਾ ਰਾਜ ਮਾਲ ਮਨ ਸੋਰ। ਮਹਾਰਾਜ ਕਹਿੰਦੇ ਵੀ ਰਾਜ ਭਾਗ ਵੀ ਆਪਣੇ ਜ਼ੋਰ ਨਾਲ ਨਹੀਂ ਕੋਈ ਪ੍ਰਾਪਤ ਕਰ ਸਕਦਾ। ਰਾਜ ਮਾਲ, ਜੋ ਰਾਜ ਦਾ ਮਾਲ ਸੁਭਾਵ ਹੈ, ਵਸਤੂਆਂ ਹਨ ਜੋ ਮਨ ਵਿੱਚ ਸ਼ੋਰ ਸ਼ਰਾਬਾ ਚੱਲਦਾ ਹੈ, ਰਾਜ ਭਗਦਾ, ਇਹ ਵੀ ਆਪਣੇ ਜ਼ੋਰ ਨਾਲ ਨਹੀਂ ਕੋਈ ਲੈ ਸਕਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਦੇ ਨਾਲ ਸੁਰਤੀ ਵੀ ਸ਼ਬਦ ਵਿੱਚ ਨਹੀਂ ਜੁੜ ਸਕਦੀ। ਇਹ ਵੀ ਵਾਹਿਗੁਰੂ ਤਰਸ ਕਰੇ ਤੇ ਤਾਂ ਹੀ ਸੁਰਤ ਸ਼ਬਦ ਨਾਲ ਜੁੜਦੀ ਹੈ। ਆਪਣੇ ਜ਼ੋਰ ਨਾਲ, ਹੱਠ ਦੇ ਨਾਲ ਕੋਈ ਗਿਆਨ ਦੀ ਵਿਚਾਰ ਵੀ ਨਹੀਂ ਕਰ ਸਕਦਾ। ਇਹ ਵੀ ਜੇ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਕੋਈ ਗਿਆਨ ਦੀ ਵਿਚਾਰ ਕਰ ਸਕਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਭਾਵੇਂ ਕਿੰਨੀਆਂ ਵੀ ਜੁਗਤੀਆਂ ਜਾਣਦਾ ਹੋਵੇ ਇਨਸਾਨ, ਜੁਗਤੀਆਂ ਦੇ ਨਾਲ ਵੀ ਸੰਸਾਰ ਵਿੱਚੋਂ ਛੁਟਕਾਰਾ ਨਹੀਂ ਪਾ ਸਕਦਾ ਆਪਣੇ ਜ਼ੋਰ ਦੇ ਨਾਲ। ਇਹ ਵੀ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਕੋਈ ਜੁਗਤੀ ਕੰਮ ਕਰਦੀ, ਤਾਂ ਹੀ ਛੁਟਕਾਰਾ ਪੈ ਸਕਦਾ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਇ। ਜਿਸ ਵਾਹਿਗੁਰੂ ਦੇ ਹੱਥ ਵਿੱਚ ਜ਼ੋਰ ਹੈ ਨਾ,
ਉਹੀ ਸੰਸਾਰ ਨੂੰ ਪੈਦਾ ਕਰਕੇ, ਪਾਲਣਾ ਕਰਕੇ, ਸੰਘਾਰ ਕਰਕੇ ਸਾਰੇ ਸੰਸਾਰ ਨੂੰ ਵੇਖ ਰਿਹਾ। ਤੇ ਜੇ ਕੋਈ ਇਨਸਾਨ ਆਖੇ ਵੀ ਮੇਰੇ ਹੱਥ ਵਿੱਚ ਵੀ ਜ਼ੋਰ ਹੈ, ਤੇ ਮਹਾਰਾਜ ਕਹਿੰਦੇ ਉਹ ਵੀ ਕਰਕੇ ਵੇਖ ਲਵੇ। ਆਪਣਾ ਜ਼ੋਰ ਨਹੀਂ ਚੱਲਦਾ, ਜ਼ੋਰ ਪਰਮੇਸ਼ਰ ਦਾ ਹੀ ਚੱਲਦਾ। ਨਾਨਕ ਉੱਤਮ ਨੀਚ ਨਾ ਕੋਈ, ਆਪਣੇ ਆਪ ਕੋਈ ਉੱਤਮ ਨਹੀਂ ਤੇ ਕੋਈ ਨੀਚ ਨਹੀਂ। ਜਿੱਥੇ ਪਰਮੇਸ਼ਰ ਰੱਖਦਾ ਉੱਥੇ ਰਹਿਣਾ ਪੈਂਦਾ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨਾ ਮਾਰਗ ਪਾਵਹਿ। ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵੇ। ਜਿਨ੍ਹਾਂ ਤੇ ਆਪ ਕਿਰਪਾ ਕਰਦੇ ਹੋ ਉਹਨਾਂ ਨੂੰ ਹੇ ਵਾਹਿਗੁਰੂ ਜੀ ਨਾਮ ਵਿੱਚ ਲਾਉਂਦੇ ਹੋ, ਨਾਮ ਵਿੱਚ ਜੋੜਦੇ ਹੋ। ਉਹੀ ਜੀਵ ਸਦਾ ਆਪ ਜੀ ਦੀ ਕਿਰਪਾ ਦੇ ਨਾਲ ਸਦਾ ਨਾਮ ਨੂੰ ਧਿਆਉਂਦੇ ਹਨ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਤੇ ਜਿਸ ਨੂੰ ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਆਪਣੀ ਅੰਮ੍ਰਿਤ ਬਾਣੀ ਦੀ ਕਥਾ ਸੁਣਾਉਂਦੇ ਹੋ, ਉਹੀ ਕਥਾ ਸੁਣਦਾ। ਕਥਾ ਵੀ ਕੋਈ ਆਪਣੇ ਜ਼ੋਰ ਨਾਲ ਨਹੀਂ ਸੁਣ ਸਕਦਾ। ਕਥਾ ਵੀ ਕੋਈ ਆਪਣੇ ਜ਼ੋਰ ਨਾਲ ਨਹੀਂ ਕਰ ਸਕਦਾ। ਜਿਹਦੇ ਤੋਂ ਕਰਵਾਉਂਦੇ ਹੋ ਉਹੀ ਕਰਦਾ, ਜਿਹਦੇ ਤੋਂ ਤੁਸੀਂ ਕਿਰਪਾ ਕਰਦੇ ਹੋ ਉਹੀ ਆਪ ਜੀ ਦੀ ਕਥਾ ਸੁਣ ਸਕਦਾ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਤੇ ਜਿਸ ਨੂੰ ਆਪਣੀ ਅੰਮ੍ਰਿਤ ਬਾਣੀ ਦੀ, ਆਪਣੇ ਸਰੂਪ ਦੀ ਪ੍ਰਾਪਤੀ ਦੀ, ਆਪਣੇ ਸ਼ੁਭ ਗੁਣਾਂ ਦੀ, ਆਪਣੇ ਜਸ ਦੀ ਕਥਾ ਸੁਣਾਉਂਦੇ ਹੋ, ਸੇ ਗੁਰਦੁਆਰੇ ਸੁਖ ਪਾਵਹਿ। ਸੇ ਉਹ ਜੀ ਫਿਰ ਗੁਰੂ ਦੇ ਦੁਆਰਾ, ਗੁਰੂ ਸਾਹਿਬ ਜੀ ਦੇ ਰਾਹੀਂ, ਗੁਰੂ ਕੇ ਦਰਬਾਰ ਵਿੱਚ ਆ ਕੇ ਆਪ ਜੀ ਦੀ ਅੰਮ੍ਰਿਤ ਬਾਣੀ ਦੀ, ਆਪ ਜੀ ਦੇ ਸਰੂਪ ਦੀ ਪ੍ਰਾਪਤੀ ਦੀ ਕਥਾ ਸੁਣਦੇ ਹਨ। ਤੇ ਗੁਰੂ ਸਾਹਿਬ ਜੀ ਦੇ ਰਾਹੀਂ ਉਪਦੇਸ਼ ਪ੍ਰਾਪਤ ਕਰਕੇ ਕਮਾਉਂਦੇ ਆ ਤੇ ਆਤਮਿਕ ਜੀਵਨ ਦਾ ਸੁਖ ਪਾਉਂਦੇ ਹਨ। ਕਹੈ ਨਾਨਕ ਸੱਚੇ ਸਾਹਿਬ, ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੀ, ਹੇ ਵਾਹਿਗੁਰੂ ਜੀ ਆਪ ਸੱਚੇ ਮਾਲਕ ਹੋ, ਹੇ ਮੇਰੇ ਸੱਚੇ ਸਾਹਿਬ ਜੀ। ਜਿਉ ਭਾਵੈ ਤਿਵੈ ਚਲਾਵਹਿ, ਜਿਵੇਂ ਆਪ ਜੀ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਤੁਸੀਂ ਸੰਸਾਰ ਨੂੰ ਚਲਾ ਰਹੇ ਹੋ। ਚਲਾਉਣਾ ਤੇ ਸਾਧ ਸੰਗਤ ਜੀ ਇੱਕ ਪਰਿਵਾਰ ਬੜਾ ਔਖਾ ਹੁੰਦਾ ਹੈ। ਚਲਾਉਣਾ ਤੇ ਇੱਕ ਘਰ ਬੜਾ ਔਖਾ ਹੈ। ਕਿੱਡਾ ਵੱਡਾ ਪਰਮੇਸ਼ਰ ਹੈ, ਉਹਦਾ ਕਿੱਡਾ ਵੱਡਾ ਘਰ ਹੈ, ਕਿੱਡਾ ਵੱਡਾ ਸੰਸਾਰ ਹੈ, ਤੇ ਕਿਵੇਂ ਚਲਾ ਰਿਹਾ ਹੈ ਆਪਣੇ ਹੁਕਮ ਦੇ ਵਿੱਚ। ਜਿੱਡਾ ਵੱਡਾ ਉਹਦਾ ਸੰਸਾਰ, ਉਹਦੇ ਤੋਂ ਕਿਤੇ ਵੱਡਾ ਉਹਦਾ ਹੁਕਮ ਹੈ। ਜਿਸ ਹੁਕਮ ਦੇ ਨਾਲ ਇੱਕ ਅੱਖ ਝਮਕਣ ਦੇ ਵਿੱਚ ਹੀ ਉਹ ਸੰਸਾਰ ਨੂੰ ਪੈਦਾ ਵੀ ਕਰਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਜਿਸ ਕਾ ਮੰਤਰ ਨਾ ਜਾਣੈ ਹੋਰ। ਸੰਸਾਰ ਦੀ ਪਾਲਣਾ ਵੀ ਕਰਦਾ ਹੈ ਤੇ ਸੰਸਾਰ ਦਾ ਖਾਤਮਾ ਵੀ ਕਰਦਾ ਹੈ, ਤੇ ਭੀੜ ਵੀ ਨਹੀਂ ਹੋਣ ਦਿੰਦਾ। ਤੋ ਵਾਹਿਗੁਰੂ ਪਰਮੇਸ਼ਰ ਕਿੱਡਾ ਵੱਡਾ ਹੈ। ਤੇ ਜਿਵੇਂ ਵਾਹਿਗੁਰੂ ਆਪ ਜੀ ਨੂੰ ਭਾਉਂਦਾ ਉਸੇ ਤਰ੍ਹਾਂ ਤੁਸੀਂ ਸਾਨੂੰ ਜੀਵਾਂ ਨੂੰ ਚਲਾਉਂਦੇ ਹੋ, ਉਸੇ ਤਰ੍ਹਾਂ ਅਸੀਂ ਚੱਲਦੇ ਹਾਂ। ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੁੰਦੀ ਹੈ ਉਹ ਆਪ ਜੀ ਦੇ ਨਾਮ ਨਾਲ ਜੁੜਦੇ ਹਨ, ਉਹ ਸਦਾ ਨਾਮ ਨੂੰ ਧਿਆਉਂਦੇ ਹਨ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਸਤਿਗੁਰੂ ਜੀ, ਗੁਰੂ ਸਰੂਪ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਦੇਵੋ ਸੱਜਣੇ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।